ਲੰਬੇ ਵਕਫੇ ਬਾਅਦ ਜੁੜ ਬੈਠੇ ਹਾਂ ਦਲੀਲ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਐਸਪੀ ਸਿੰਘ। ਸਾਡੇ ਪੰਜਾਬ ਵਿੱਚ ਦੇਸ਼ ਵਿੱਚ ਕੁੱਲ ਆਲਮ ਵਿੱਚ ਖਬਰਾਂ ਘਟਨਾਵਾਂ ਦਾ ਨਿਰੰਤਰ ਚੱਕਰ ਜਾਰੀ ਹੈ। ਹਰ ਆਏ ਦਿਨ ਕੁਝ ਨਾ ਕੁਝ ਗਰਮਾ ਗਰਮ ਘਟਦਾ ਰਹਿੰਦਾ। ਅਮਰਿੰਦਰ ਸਿੰਘ, ਨਵਜੋਤ ਸਿੱਧੂ, ਰਾਹੁਲ ਗਾਂਧੀ ਨਾਲ ਮੀਟਿੰਗਾਂ, ਕੌਣ ਆਪ ਵਿੱਚ ਸ਼ਾਮਲ ਹੋ ਗਿਆ, ਕੌਣ ਆਪੇ ਤੋਂ ਹੀ ਬਾਹਰ ਹੋ ਗਿਆ। ਟਵਿੱਟਰ ਫੇਸਬੁੱਕ ਤੇ ਇਹ ਬਹਿਸਾਂ ਚੱਲਦੀਆਂ ਹਨ। ਸਵੇਰੇ ਅਖਬਾਰਾਂ ਵਿੱਚ ਸੁਰਖੀਆਂ ਵੀ ਉਹੀ ਛਪਦੀਆਂ ਹਨ, ਰਾਤੀ ਟੀਵੀ ਤੇ ਡਿਬੇਟ ਵੀ ਉਸੇ ਬਾਰੇ ਹੁੰਦੇ ਹਨ। ਦਿਸ ਇਜ਼ ਵੈਲੀਡੇਸ਼ਨ। ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਸੇ ਬਾਰੇ ਲੋਕ ਬਹਿਸ ਕਰ ਰਹੇ ਹਨ, ਸੋ ਇਹੀ ਮਹੱਤਵਪੂਰਨ ਹੋਵੇਗਾ। ਦਿਸ ਮਸਟ ਬੀ ਇੰਪੋਰਟੈਂਟ। ਵੈਸੇ ਕੁਝ ਲੱਖ ਲੋਕ ਮਰ ਗਏ ਹਨ, ਕਰੋੜਾਂ ਦੀਆਂ ਜ਼ਿੰਦਗੀਆਂ ਹਿਲ ਗਈਆਂ ਹਨ। ਵਿਧਵਾਵਾਂ, ਯਤੀਮਾਂ, ਅਨਾਥਾਂ, ਬੱਚਿਆਂ ਦਾ ਆਸਰਾ ਗਵਾ ਚੁੱਕੇ ਬਜ਼ੁਰਗਾਂ ਦੀ ਤਾਂ ਖੈਰ ਗਿਣਤੀ ਕਾਹਦੀ ਕਰਨੀ। ਪਰ ਕੀ ਸਾਡੇ ਆਚਾਰ ਵਿਵਹਾਰ ਤੋਂ ਭੱਸਦਾ ਹੈ ਕਿ ਅਸੀਂ ਕਿਸੇ ਅਫਸੋਸ ਵਿੱਚ ਹਾਂ? ਜ਼ਮਾਨਾ ਸੋਗਵਾਰ ਦਿਸਦਾ ਤੁਹਾਨੂੰ? ਆਉਂਦੀ ਇਲੈਕਸ਼ਨ ਦੀ ਤਿਆਰੀ ਵਜੋਂ ਜਿਹੜੇ ਘਮਸਾਨ ਹੋ ਰਹੇ ਨੇ ਰਾਜਨੀਤੀ ਵਿੱਚ ਅਤੇ ਜਿਨ੍ਹਾਂ ਬਾਰੇ ਬਹਿਸ ਵਿੱਚ ਅਸੀਂ ਡੁੱਬੇ ਹੋਏ ਹਾਂ, ਮੁਲਵਸ ਹਾਂ, ਉਹਦੇ ਤੋਂ ਪਤਾ ਲੱਗਦਾ ਹੈ ਕਿ ਸਾਡੇ ਘਰ ਕੋਈ ਮੌਤ ਹੋਈ ਹੈ, ਕੋਈ ਅਰਥੀ ਉੱਠੀ ਹੈ, ਕੋਈ ਸੇਵਾ ਬਲਿਆ, ਕਿਸੇ ਦੇ ਫੁੱਲ ਚੁੱਕ ਪਾਣੀਆਂ ਵਿੱਚ ਵਹਾਏ ਹਨ। ਸਾਡੇ ਜੀਵਨ, ਸਾਡੇ ਸਮਾਜ, ਰਾਜਨੀਤੀ, ਜਨਤਕ ਪਿੜ ਵਿੱਚ ਸੋਗ ਕਿੱਥੇ ਹੈ? ਵੇਅਰ ਇਜ਼ ਗ੍ਰੀਫ? ਬਿਲਕੁਲ ਦੂਜਾ ਮੋੜਵਾਂ ਸਵਾਲ ਵੀ ਹੋ ਸਕਦਾ ਕਿ ਫਿਰ ਜੀ ਕੀ ਕਰੀਏ ਜੇ ਇੰਨੇ ਮਰ ਗਏ ਨੇ? ਰੋਂਦੇ ਰਹੀਏ? ਚਿੰਤਾ ਨਾ ਕਰੀਏ ਇਲੈਕਸ਼ਨ ਦੀ, ਆਪਣੀ ਰਾਜਨੀਤੀ ਦੀ? ਗੱਲ ਨਾ ਕਰੀਏ ਅਕਾਲੀ ਦਲ, ਕਾਂਗਰਸ, ਕੇਜਰੀਵਾਲ ਦੀ? ਆਈ ਡੋਂਟ ਨੋ। ਮੈਂ ਤਾਂ ਸਿਰਫ ਇੰਨਾ ਹੀ ਪੁੱਛ ਰਿਹਾ ਹਾਂ ਕਿ ਜੇ 10,000 ਹੋਰ ਮਰ ਜਾਂਦੇ ਮੇਰੇ ਪੰਜਾਬ ਵਿੱਚ ਜਾਂ 20,000, ਤਾਂ ਵੀ ਗੱਲ ਤੇ ਆਪਾਂ ਇਹੀ ਕਰ ਰਹੇ ਹੁੰਦੇ ਨਾ। ਨਵਜੋਤ ਸਿੱਧੂ ਬਾਰੇ, ਕਪਤਾਨ ਦੀ ਕਪਤਾਨੀ ਉੱਤੇ ਆਏ ਸੰਕਟ ਬਾਰੇ। ਅਫਸੋਸ ਦੀ, ਸੋਗ ਦੀ ਫਿਰ ਕਿਹੜੀ ਜਗ੍ਹਾ ਹੁੰਦੀ ਹੈ ਸਾਡੇ ਅੰਦਰ, ਸਾਡੇ ਸਮਾਜ ਵਿੱਚ, ਸਾਡੀ ਰਾਜਨੀਤੀ ਵਿੱਚ? ਬਸ ਇਸੇ ਕਿਸੇ ਸੋਗਵਾਰੀ ਸ਼ਾਮ ਦੀ ਅਣਹੋਂਦ ਦੀਆਂ ਗੱਲਾਂ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਰਾਜੇਸ਼ ਸ਼ਰਮਾ। ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਡਿਪਾਰਟਮੈਂਟ ਦੇ ਨਾਲ ਵਾਬਸਤਾ ਨੇ। ਦਹਾਕਿਆਂ ਤੋਂ ਸਾਡੀਆਂ ਜ਼ਿੰਦਗੀਆਂ, ਕਥਾ ਕਹਾਣੀਆਂ, ਅਫਸਾਨਿਆਂ ਵਿੱਚ, ਸਾਡੇ ਇੱਥੇ ਤੇ ਕੁੱਲ ਦੁਨੀਆ ਵਿੱਚ ਇਹ ਸੋਗ ਦੀ ਗਾਥਾ ਕਿਵੇਂ ਕਹੀ ਜਾਂਦੀ ਹੈ ਤੇ ਜਿੱਥੇ ਇਹਦੀ ਅਣਹੋਂਦ ਹੁੰਦੀ ਹੈ ਉਹਨੂੰ ਕਿਵੇਂ ਸਮਝਿਆ ਜਾਂਦਾ ਹੈ, ਇਸ ਨੂੰ ਬੜੀ ਨੇੜਿਓਂ ਨਜਿੱਠਦੇ ਨੇ। ਸਾਡੇ ਨਾਲ ਜੁੜ ਰਹੇ ਨੇ ਪੰਜਾਬ ਦੇ ਸਾਡੇ ਕੰਟੈਂਪਰੇਰੀ ਸਮਿਆਂ ਦੇ ਅਜ਼ੀਮ ਕਹਾਣੀਕਾਰ ਬਲਵਿੰਦਰ ਗਰੇਵਾਲ ਜੀ। ਬਲਵਿੰਦਰ ਗਰੇਵਾਲ ਜੀ ਯੁੱਧ ਖੇਤਰ ਜਾਂ ਖੰਡੇ ਦੀ ਧਾਰ, ਬਹੁਤ ਸਾਰੀਆਂ ਕਹਾਣੀਆਂ ਦੇ ਮੈਂ ਨਾਮ ਲੈ ਸਕਦਾ। ਮੈਂ ਪ੍ਰੋਗਰਾਮ ਤੋਂ ਪਹਿਲਾਂ ਪੁੱਛ ਰਿਹਾ ਸੀ ਕਿ ਜੀ ਕਿਹੜੀਆਂ ਦੇ ਨਾਮ ਲੈ ਲਵਾਂ ਕਿ ਲੋਕ ਜ਼ਿਆਦਾ ਜਾਣ ਕਿ ਕਿਹੜੇ ਬਲਵਿੰਦਰ ਗਰੇਵਾਲ ਜੀ ਨੇ। ਫਿਰ ਮੈਂ ਸੋਚਿਆ ਕਿ ਉਹ ਮੇਰੇ ਵਰਗੇ ਲੋਕ ਨਹੀਂ ਹੈ, ਤੁਸੀਂ ਇਹਨਾਂ ਨੂੰ ਉਸ ਤੋਂ ਵੀ ਬਿਹਤਰ ਜਾਣਦੇ ਹੋਵੋਗੇ। ਇਹ ਕਹਾਣੀਆਂ ਸਾਡੀਆਂ ਜ਼ਿੰਦਗੀਆਂ ਨਾਲ ਜੁੜੀਆਂ ਹੁੰਦੀਆਂ। ਇਹਨਾਂ ਦੇ ਪਾਤਰ ਸਿਰਫ ਕਾਲਪਨਿਕ ਨਹੀਂ ਹੁੰਦੇ, ਉਹ ਕਲਪਨਾ ਕਿਤੋਂ ਆਉਂਦੀ ਹੈ? ਉਹ ਤੁਹਾਡੇ ਵਿੱਚੋਂ, ਮੇਰੇ ਵਿੱਚੋਂ, ਸਾਡੇ ਸਮਾਜ ਵਿੱਚੋਂ, ਸਾਡੇ ਰਾਜਨੀਤਿਕ ਪਿੜ ਵਿੱਚੋਂ ਹੀ ਆਉਂਦੀਆਂ ਨੇ। ਇਹ ਜਿਸ ਵੇਲੇ ਸਾਨੂੰ ਦੇਖਦੇ ਨੇ, ਸਮਾਜ ਨੂੰ ਦੇਖਦੇ ਨੇ, ਇਹਦੇ ਵਿੱਚ ਅਰਥੀਆਂ ਉੱਠਦੀਆਂ ਤੇ ਵੈਨ ਨਾ ਪੈਂਦੇ ਵੇਖਦੇ ਨੇ, ਤਾਂ ਫਿਰ ਸਾਨੂੰ ਪਾਤਰਾਂ ਵਜੋਂ ਹੀ ਵੇਖਦੇ ਹੋਣਗੇ। ਫਿਰ ਕਿਸ ਪਰਥਾਏ ਇਹ ਕਹਾਣੀਆਂ ਹੋਣਗੀਆਂ? ਸਾਡੀ ਇਹ ਕਥਾ ਆਉਣ ਵਾਲੇ ਸਮਿਆਂ ਵਿੱਚ ਕਿਵੇਂ ਕਹੀ ਜਾਵੇਗੀ? ਤੁਹਾਡੇ ਪੋਤਰੇ ਦੋਤਰੇ ਸਾਡੇ ਇਹਨਾਂ ਸਮਿਆਂ ਦੀ ਕਥਾ ਨੂੰ ਕਿਵੇਂ ਜਾਚਣਗੇ? ਬਸ ਇਹਨਾਂ ਨਾਲ ਇਹਨਾਂ ਦਾ ਵਾਸਤਾ ਹੈ। ਸੋ ਦੋਤਰਿਆਂ ਪੋਤਰਿਆਂ ਨੇ ਸਾਡੀ ਕਿੰਨੀ ਸੁਣਨੀ ਆ ਪਤਾ ਨਹੀਂ, ਇਹਨਾਂ ਦੀਆਂ ਲਿਖੀਆਂ ਜ਼ਰੂਰ ਪੜ੍ਹਨੀਆਂ ਨੇ। ਬਲਵਿੰਦਰ ਗਰੇਵਾਲ ਜੀ, ਸਾਡੀ ਇਹ ਕਥਾ ਕਿਵੇਂ ਕਹੀ ਜਾਏਗੀ? ਤੁਸੀਂ, ਤੁਹਾਡੇ ਵਰਗੇ ਕਹਾਣੀਕਾਰ ਸਾਨੂੰ ਜੇ ਪਾਤਰਾਂ ਵਜੋਂ ਵੇਖਦੇ ਆ, ਜਿਹੜੇ ਇੰਨੀ ਲੱਖਾਂ ਦੀਆਂ ਮੌਤਾਂ ਦੇ ਨਾਲ ਨਜਿੱਠਦਿਆਂ ਹੋਇਆਂ ਅੰਧਾ-ਧੁੰਦ ਆਪਣੇ ਕੰਮਾਂ ਕਾਰਾਂ ਵਿੱਚ, ਸ਼ਾਪਿੰਗ ਵਿੱਚ, ਬਲਕਿ ਕਈ ਮੁਹਾਜ਼ ਦੇ ਉੱਤੇ, ਕਈ ਸਰਕਾਰ ਨਾਲ ਮੱਥਾ ਲਾ ਕੇ ਕਿਸਾਨ ਮੋਰਚੇ ਦੇ ਵਿੱਚ, ਤੇ ਕਈ ਨਵਜੋਤ ਸਿੱਧੂ ਦੇ ਫਿਊਚਰ ਬਾਰੇ ਚਿੰਤਾ ਦੇ ਵਿੱਚ ਅਸੀਂ ਸਾਰੇ ਗੱਲਾਂ ਕਰ ਰਹੇ ਹਾਂ। ਇਹ ਸਾਰੇ ਦੇ ਵਿੱਚ ਉਹਨਾਂ ਲੱਖਾਂ ਮੌਤਾਂ ਦੇ ਕੀ ਮਾਇਨੇ ਨੇ? ਜੇ ਕੁਝ ਲੱਖ ਹੋਰ ਹੋ ਜਾਂਦੀਆਂ ਤਾਂ ਕੀ ਮਾਇਨੇ ਹੁੰਦੇ? ਜਿਹੜੀਆਂ ਹੋ ਗਈਆਂ ਘੱਟ ਨੇ ਤਾਂ ਕਰਕੇ ਨਹੀਂ ਹੈ। ਵਾਈ ਆਰ ਵੀ ਨਾਟ ਸੈਡ? ਗਰੀਫ ਦੀ ਗੱਲ ਕਿਉਂ ਨਹੀਂ ਹੋ ਰਹੀ? ਮੈਨੂੰ ਤੁਹਾਡੀ ਗੱਲ ਸੁਣਦੇ ਹੋਏ ਜਿਹੜੀ ਗੱਲ ਖਿਆਲ ਆਉਂਦੀ ਸੀ ਤੇ ਉਹ ਇਹ ਸੀ ਕਿ ਜਿਹੜੀ ਅਸੰਵੇਦਨਸ਼ੀਲਤਾ ਦੀ ਤੁਸੀਂ ਗੱਲ ਕਰਦੇ ਹੋ ਕਿ ਇਨਸੈਂਸਿਟਿਵ ਦਿਸ ਰਹੇ ਹਾਂ ਅਸੀਂ, ਇਹ ਸਾਡੇ 'ਚ ਇਹ ਭਾਵਨਾ ਜਿਹੜੀ ਗਰੀਫ ਦੀ ਜਾਂ ਦੁੱਖ ਦੀ, ਉਹ ਪ੍ਰਗਟ ਕਿਉਂ ਨਹੀਂ ਹੋਈ ਹੁਣ ਤੱਕ, ਜਿਹੜੀ ਸਮਾਜ 'ਚ ਹੋਣੀ ਚਾਹੀਦੀ ਸੀ? ਤਾਂ ਮੈਂ ਸਮਝਦਾ ਕਿ
ਸਭ ਤੋਂ ਪਹਿਲਾਂ ਜਿਹੜੀ ਮੇਰੇ ਗੱਲ ਖਿਆਲ ਆਉਂਦੀ ਸੀ ਕਿ ਤੁਸੀਂ ਨਾ ਜਦੋਂ ਪਹਿਲੀ ਲਹਿਰ ਵੇਲੇ ਸਾਡੇ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਨੇ ਲੋਕਡਾਊਨ ਤੋਂ ਪਹਿਲਾਂ, ਤਾਂ ਉਹਨਾਂ ਦੇ ਭਾਸ਼ਣ ਦੀ ਇੱਕ ਟੋਨ ਹੈ ਜਿਹੜੀ ਸਾਡੇ ਇਸ ਸਾਰੇ ਵਿਵਹਾਰ ਨੂੰ ਐਕਸਪਲੇਨ ਵੀ ਕਰਦੀ ਹੈ ਤੇ ਸੈੱਟ ਵੀ ਕਰਦੀ ਹੈ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਮਹਾਭਾਰਤ ਦਾ ਯੁੱਧ ਅਸੀਂ 18 ਦਿਨਾਂ 'ਚ ਲੜਿਆ ਗਿਆ ਤੇ ਜਿੱਤਿਆ ਗਿਆ, ਤੇ ਅਸੀਂ 21 ਦਿਨਾਂ 'ਚ ਕਰੋਨਾ ਜਿਹੜਾ ਜਿੱਤਣਾ ਹੈ। ਸੋ ਪਹਿਲੀ ਜਿਹੜੀ ਗੱਲ ਹੈ ਕਿ ਸਾਡੀ ਮਾਨਸਿਕਤਾ ਕਿਸੇ ਬਿਮਾਰੀ ਨਾਲ ਲੜਨ ਦੀ ਨਹੀਂ ਹੈਗੀ, ਹੁਣ ਕਿਸੇ ਦੁਸ਼ਮਣ ਨਾਲ ਲੜਨ ਦੀ ਹੈ। ਇਹਦਾ ਮਤਲਬ ਹੈ ਕੋਈ ਲੜਾਈ ਹੋਣੀ ਹੈ ਤੇ ਉਹ ਮਹਾਭਾਰਤ ਵਰਗੀ ਲੜਾਈ ਹੋਣੀ ਹੈ। ਤੇ ਰਣ ਖੇਤਰ 'ਚ ਤਾਂ ਲਾਸ਼ਾਂ ਲਾਸ਼ਾਂ ਹੋਣਗੀਆਂ। ਇਹਦਾ ਮਤਲਬ ਹੈ ਸਾਨੂੰ ਉਹ ਲਾਸ਼ਾਂ ਤਾਂ ਉਲੰਘ ਕੇ ਦੁਸ਼ਮਣ ਤੱਕ ਜਾਣਾ ਪਊਗਾ। ਤਾਂ ਇਹ ਜਿਹੜੀ ਸਾਡੀ ਮਾਨਸਿਕਤਾ ਪਹਿਲਾਂ ਦੀ ਪਈ ਹੈ ਕਿ ਮੌਤ ਨੂੰ ਅਸੀਂ ਕਿਵੇਂ ਐਡਰੈਸ ਕਰਨਾ ਹੈ, ਤਾਂ ਮੈਂ ਸਮਝਦਾ ਕਿ ਸਾਡੇ ਚੇਤਿਆਂ 'ਚ ਉਹ 18 ਖੂਹਣੀਆਂ ਜਿਹੜੀਆਂ ਕੋਈ ਮਾਪ ਹੈ ਮੌਤਾਂ ਗਿਣਨ ਦਾ, ਕਿ ਇੰਨੀਆਂ ਫੌਜਾਂ ਸਮਾ ਗਈਆਂ ਮਹਾਭਾਰਤ ਦੀ ਲੜਾਈ 'ਚ, ਮਾਰੇ ਗਏ ਲੋਕ, ਤਾਂ ਸਾਡੀਆਂ ਯਾਦਾਂ 'ਚ ਉਹ ਪਏ ਨੇ ਅਜੇ, ਕਿ ਸਾਨੂੰ ਲੱਗਦਾ ਕਿ ਲੜਾਈ 'ਚ ਤਾਂ ਭਾਈ ਅਸੀਂ ਹੁਣ ਲੜਾਈ 'ਚ ਹੈ ਤੇ ਇਹਦੇ 'ਚ ਮੌਤਾਂ ਹੋਣੀਆਂ ਨੇ। ਦੋ ਗੱਲਾਂ ਕਰ ਰਹੇ ਹੋ ਤੁਸੀਂ, ਇੱਕ ਤਾਂ ਪ੍ਰਾਈਮ ਮਿਨਿਸਟਰ ਨੇ ਕਿਹਾ, ਦੂਸਰਾ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸਾਡੇ ਲਗਭਗ ਫਿਰ DNA ਦੇ ਵਿੱਚ ਹੈ। ਇਹ DNA 'ਚ ਹੈ ਕਿਉਂਕਿ ਮਹਾਭਾਰਤ ਸਾਡੇ DNA 'ਚ ਹੈ, ਰਾਮਾਇਣ ਸਾਡੇ DNA 'ਚ ਹੈ। ਇਹ ਸਾਡੇ ਉੱਥੋਂ ਉਹ ਸਾਡੀ ਉਸੇ ਗੱਲ ਨੂੰ ਉਠਾ ਰਹੇ ਨੇ ਨਾ। ਗ੍ਰੀਫ ਏਲੀਅਨ ਹੋਏਗਾ ਮੇਰੇ ਲਈ, ਮਤਲਬ ਇੱਕ ਬਾਹਰ ਦੀ ਫੀਲਿੰਗ ਹੈ, ਕੋਈ ਇੰਪੋਰਟਡ ਜੀ ਫੀਲਿੰਗ ਹੈ, ਵਲੈਤੀ ਕੋਈ ਚੀਜ਼ ਹੈ ਸੋਗਵਾਰ ਹੋਣਾ। ਨਹੀਂ ਮੈਂ ਇਹ ਬਿਲਕੁਲ ਨਹੀਂ ਕਹਿ, ਇਹਦੇ ਨਾਲ ਵੀ ਇੱਕ ਗੱਲ ਹੈ ਕਿ ਅਸੀਂ ਫਿਰ ਪਹਿਲਾਂ ਮੈਂ ਜਿਹੜੀ ਆਪਣੀ ਗੱਲ ਪੂਰੀ ਕਰ ਲਵਾਂ ਕਿ ਅਸੀਂ ਦੁਸ਼ਮਣ ਨਾਲ ਫਿਰ ਸਿੱਝਦੇ ਕਿਵੇਂ ਆ। ਮਤਲਬ ਸਾਰੀ ਮਹਾਭਾਰਤ 'ਚ ਜੇ ਅਸੀਂ ਦੇਖਦੇ ਹਾਂ ਤਾਂ ਉਹ ਬਦਲਾ ਲੈਣ ਲਈ ਸਾਡੀ ਮਾਨਸਿਕਤਾ ਜਿਹੜੀ ਬਣੀ ਰਹਿੰਦੀ ਹੈ। ਇਹਦਾ ਮਤਲਬ ਹੈ ਕਿ ਅਸੀਂ ਲੜਾਈ ਔਰ ਬਦਲੇ ਦੀ ਮਾਨਸਿਕਤਾ 'ਚ ਇਹ ਸਾਰਾ ਸਮਾਂ ਜਿਹੜਾ ਕੱਢਿਆ। ਹੁਣ ਉਹ ਬਦਲਾ ਕੀ ਤੋਂ ਲਵਾਂਗੇ ਅਸੀਂ, ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰ ਠਹਿਰਾਵਾਂਗੇ। ਤਾਂ ਜਦੋਂ ਅਸੀਂ ਹਸਪਤਾਲਾਂ 'ਚ ਡਾਕਟਰਾਂ ਨਾਲ ਲੜੇ, ਜਦੋਂ ਅਸੀਂ ਨਰਸਾਂ ਨਾਲ ਲੜੇ, ਉਹਨਾਂ ਦੇ ਗਲ ਪਏ, ਉਹਨਾਂ ਨੂੰ ਗਾਲਾਂ ਕੱਢੀਆਂ, ਉਹਨਾਂ ਦੇ ਖਿਲਾਫ ਜਲੂਸ ਕੱਢੇ, ਤਾਂ ਨਿਸ਼ਚਿਤ ਤੌਰ ਤੇ ਅਸੀਂ ਇੱਕ ਦੁਸ਼ਮਣ ਲੱਭ ਲਿਆ ਤੇ ਉਸ ਦੁਸ਼ਮਣ ਦੇ ਖਿਲਾਫ ਅਸੀਂ ਲੜਾਈ ਲੜੀ। ਸੋਗ ਚ ਜੇ ਜਾਣਾ ਹੈ ਫਿਰ ਤਾਂ ਹਰ ਸਟੈਪ ਤੋਂ ਦੁਸ਼ਮਣ ਲੱਭ ਰਹੇ ਹਾਂ। ਅਮਰੀਕਾ ਚੀਨ ਵਿੱਚੋਂ ਲੱਭ ਲੈਂਦਾ, ਕੋਈ ਵੁਹਾਨ ਵਿੱਚੋਂ ਲੱਭ ਲੈਂਦਾ, ਕੋਈ ਲੈਬ ਵਿੱਚੋਂ ਲੱਭ ਲੈਂਦਾ। ਜੀ ਪਰ ਗਏ ਤਾਂ ਮੇਰੇ ਤਾਂ ਮਿੱਤਰ ਪਿਆਰੇ ਗਏ ਆ। ਕੋਈ ਵਿਅਕਤੀ ਹੈ ਜਿਹਦਾ ਕੋਈ ਮਿੱਤਰ ਪਿਆਰਾ ਇਸ ਲਹਿਰ ਵਿੱਚ ਨਾ ਚਲਾ ਗਿਆ ਹੋਵੇ, ਜਾਂ ਉਹ ਕਿਸੇ ਐਸੇ ਨੂੰ ਨਾ ਜਾਣਦਾ ਹੋਵੇ ਜਿਹਦਾ ਮਿੱਤਰ ਪਿਆਰਾ ਚਲਾ ਗਿਆ ਹੋਵੇ। ਐਵਰੀਬਾਡੀ ਹੈਜ਼ ਲੌਸਟ। ਮੈਂ ਜਿਹੜੀ ਗੱਲ ਕਰਨ ਲੱਗਿਆ ਸੀ ਉਹ ਇਹ ਹੈ ਕਿ ਇਹ ਸਾਡਾ ਇੱਕ ਸਮੂਹਿਕ ਅਪਰੋਚ ਹੈ ਇਸ ਚੀਜ਼ ਦੀ, ਜਿਹੜੀ ਸਾਡੇ ਮਨ 'ਚ ਸਾਡੀ ਟ੍ਰੈਡੀਸ਼ਨ 'ਚੋਂ ਸਾਡੇ ਤੱਕ ਆਈ ਹੈ। ਦੈਟਸ ਰੈਸ਼ਨਲਾਈਜੇਸ਼ਨ। ਇਹ ਤਾਂ ਰੈਸ਼ਨਲਾਈਜੇਸ਼ਨ ਹੈ ਕਿ ਸੋਗ ਨਹੀਂ ਹੈ ਤਾਂ ਇਹਨੂੰ ਸਮਝੋ ਕਿ ਕਿਉਂ ਨਹੀਂ ਹੈ। ਤੁਸੀਂ ਕੁਐਸਚਨ ਨਹੀਂ ਕਰ ਰਹੇ ਕਿ ਸੋਗ ਕਿਉਂ ਨਹੀਂ ਹੈ, ਤੁਸੀਂ ਐਕਸਪਲੇਨ ਕਰ ਰਹੇ ਹੋ ਕਿ ਸੋਗ ਇਸ ਲਈ ਨਹੀਂ ਹੈ। ਮੈਂ ਇਸ ਗੱਲ ਨੂੰ ਐਕਸਪਲੇਨ ਕਰ ਰਿਹਾ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਦੋਂ ਮੈਂ ਸੋਚਦਾ ਕਿ ਬਈ ਇਹ ਕਿਉਂ ਨਹੀਂ ਹੈਗਾ, ਤਾਂ ਮੈਂ ਇਸ ਗੱਲ ਨਾਲ ਜੂਝਦਾ ਕਿ ਬਈ ਸਾਨੂੰ ਜਿਹੜਾ ਬਹੁਤ ਸਾਰੇ ਸੋਗ 'ਚ ਚਲੇ ਗਏ ਹੋਣਾ ਚਾਹੀਦਾ ਸੀ, ਤਾਂ ਅਸੀਂ ਗਏ ਕਿਉਂ ਨੇ। ਤਾਂ ਮੈਂ ਇਹ ਸਮਝਦਾ ਕਿ ਸਾਡੇ ਤੇ ਇਹ ਸਾਡੀ ਜਿਹੜੀ ਟੋਨ ਸੈੱਟ ਕਰ ਦਿੱਤੀ ਗਈ, ਇਹਦਾ ਵੀ ਕਿਸੇ ਨਾ ਕਿਸੇ ਸਾਡੇ ਇਸ ਐਟੀਟਿਊਡ ਤੇ ਪ੍ਰਭਾਵ ਪਿਆ। I'll come to that. ਪ੍ਰੋਫੈਸਰ ਰਾਜੇਸ਼ ਸ਼ਰਮਾ, ਮਤਲਬ ਜਿਸ ਵੇਲੇ ਕਿਸੇ ਦੀ ਕ੍ਰਿਮੇਸ਼ਨ ਤੇ ਕਦੀ ਜਾਣਾ ਪੈ ਜਾਵੇ ਮਿੱਤਰ ਪਿਆਰੇ ਦੀ, ਜਿਸ ਮਨੋ ਅਵਸਥਾ ਵਿੱਚ ਅਸੀਂ ਹੁੰਨੇ ਆ, ਜਿਸ ਵੇਲੇ ਚਿਖਾ ਬਲ ਰਹੀ ਹੁੰਦੀ ਆ, ਮੰਤਰ ਪੜ੍ਹੇ ਜਾ ਰਹੇ ਹੁੰਦੇ ਨੇ, ਲੋਕ ਡੱਕਾ ਉਹਦੇ 'ਚ ਸੁੱਟਦੇ ਨੇ, ਕਿਸੇ ਦੇ ਨਾਲ ਫੁੱਲ ਵਹਾਨ ਕੀਰਤਪੁਰ ਸਾਹਿਬ ਜਾਣਾ ਹੋਵੇ, ਹਰਿਦੁਆਰ ਜਾਣਾ ਪੈ ਜਾਵੇ, ਜਿਸ ਮਨੋ ਅਵਸਥਾ ਵਿੱਚ ਹੁੰਨੇ ਆ ਅਸੀਂ, ਉਸ ਵੇਲੇ ਅਸੀਂ ਸਲਾਈਟਲੀ ਡਿਫਰੈਂਟ ਮਨੁੱਖ ਹੁੰਨੇ ਆ। ਜਦੋਂ ਅਸੀਂ ਵਾਪਸ ਆਉਂਦੇ ਹਾਂ, ਦੁਬਾਰਾ ਕੰਮਕਾਰ 'ਚ ਲੱਗਦੇ ਹਾਂ ਨਾ, ਜ਼ਿੰਦਗੀ ਦੁਬਾਰਾ ਥੋੜ੍ਹੀ ਨੋਰਮਲਾਈਜ਼ ਹੁੰਦੀ ਹੈ। ਰਾਈਟ ਨਾਓ ਅਸੀਂ ਇਹਨਾਂ ਸਮਿਆਂ ਵਿੱਚ ਰਹਿ ਰਹੇ ਹਾਂ ਜਿੱਥੇ ਅਸੀਂ 24/7 ਦਰਅਸਲ ਅਸੀਂ ਉਹਨਾਂ ਸਮਿਆਂ ਦੇ ਵਿੱਚ ਹਾਂ। ਹਰ ਰੋਜ਼ ਸੁਰਖੀਆਂ ਦੇ ਵਿੱਚ ਕੁਝ ਆਪਣੇ ਮਿੱਤਰ ਪਿਆਰੇ ਕੋਈ ਚਲਾ ਜਾਂਦਾ, ਜਾਂ ਕਿਸੇ ਦਾ ਚਲਾ ਜਾਂਦਾ, ਜਾਂ ਉਹ ਜਿਹੜਾ ਨੰਬਰ ਹੈ ਉਹ ਤੁਹਾਨੂੰ ਬਿਲਕੁਲ ਸਟੰਪ ਕਰ ਦਿੰਦਾ, ਤੁਹਾਡੇ ਤੋਂ ਬੋਲਿਆ ਨਹੀਂ ਜਾਂਦਾ। ਅੱਜ ਇੰਨੇ ਲੋਕ, ਮਤਲਬ ਹੁਣ 22 ਲੋਕ ਚਲੇ ਗਏ, ਅੱਜ 59 ਲੋਕ ਚਲੇ ਗਏ, 40 ਚਲੇ ਗਏ, ਇਹ ਤਾਂ ਹੁਣ ਖਬਰਾਂ ਨਹੀਂ ਹੈ, ਇਹ ਹੈਡਲਾਈਨ ਯੋਗ ਨਹੀਂ ਰਹੇ ਕਿ ਪਰਸੋਂ ਮੇਰੇ ਪੰਜਾਬ 'ਚ 22 ਲੋਕਾਂ ਦੀ ਡੈਥ ਹੋ ਗਈ ਇਸ ਬਿਮਾਰੀ ਕਰਕੇ। ਉਹਦੇ ਵਿੱਚੋਂ ਬਹੁਤ ਸਾਰੀਆਂ ਅਸੀਂ ਜਾਣਦੇ ਹਾਂ ਕਿ ਅਨਅਵੋਇਡੇਬਲ ਹੁੰਦੀਆਂ ਨੇ, ਬਹੁਤ ਸਾਰੀਆਂ ਅਵੋਇਡੇਬਲ ਡੈਥਸ ਨੇ। ਅਸੀਂ
ਆਕਸੀਜਨ ਦੀ ਘਾਟ, ਦਵਾਈਆਂ ਦੀ ਘਾਟ, ਡਾਕਟਰਾਂ ਦੀ ਘਾਟ ਕਰਕੇ, ਔਰ ਜੋ ਸਿਹਤ ਢਾਂਚਾ ਬਣਾ ਰੱਖਿਆ ਉਹਦੇ ਕਰਕੇ ਲੋਕ ਗਵਾਏ ਨੇ, ਵਿਚ ਆਰ ਮਰਡਰਸ। ਐਂਡ ਆਈ ਨੋ ਅਮਰੀਕਾ ਤੋਂ ਲੈ ਕੇ, ਟਰੰਪ ਤੋਂ ਲੈ ਕੇ ਇੱਥੇ ਤੱਕ, ਆਵਰ ਗਵਰਨਮੈਂਟਸ ਹੈਵ ਬਲੱਡ ਔਨ देयर ਹੈਂਡਸ, ਉਹਨਾਂ ਦੇ ਹੱਥਾਂ ਤੇ ਖੂਨ ਹੈ, ਤੇ ਇੱਥੇ ਅਰਥੀਆਂ ਉੱਠ ਰਹੀਆਂ ਨੇ। ਇਹ ਕੁਝ ਤੁਹਾਨੂੰ ਮਾਇਨਾ ਰੱਖਦਾ ਕਿ ਸੋਗ ਇਸ ਕਰਕੇ ਨਹੀਂ ਹੈਗਾ ਕਿ ਸਾਡੀ ਟ੍ਰੈਡੀਸ਼ਨ ਵਿੱਚ ਹੈ? ਦੇਖੋ, ਇੱਕ ਤਾਂ ਮੈਨੂੰ ਲੱਗਦਾ ਕਿ ਟ੍ਰੈਡੀਸ਼ਨ ਦੇ ਅਲੱਗ-ਅਲੱਗ ਪੱਖ ਦੇਖੀਏ ਤਾਂ ਬੁੱਧ, ਸ਼ਾਇਦ ਬੁੱਧ ਇਸ ਕਰਕੇ ਆ ਕਿ ਉਹ ਜਨਾਜ਼ਾ ਦੇਖ ਕੇ ਭੁੱਲਦਾ ਨਹੀਂ, ਸੰਨਿਆਸੀ ਦੇਖ ਕੇ ਭੁੱਲਦਾ ਨਹੀਂ, ਰੋਗੀ ਦੇਖ ਕੇ ਭੁੱਲਦਾ ਨਹੀਂ, ਬੁੱਢਾ ਦੇਖ ਕੇ ਭੁੱਲਦਾ ਨਹੀਂ। ਅਸੀਂ ਭੁੱਲ ਜਾਂਦੇ ਹਾਂ। ਜੇ ਸਿਰਫ ਅਸੀਂ ਯਾਦ ਰੱਖ ਲਈਏ ਕੋਈ ਮਰ ਗਿਆ ਹੈ ਤਾਂ ਸਾਡੀ ਜ਼ਿੰਦਗੀ ਬਦਲ ਜਾਏ। ਦੂਸਰੇ ਹੈ ਕਿ ਉਪਨਿਸ਼ਦ ਦੀ ਪਰੰਪਰਾ 'ਚ ਸਭ ਤੋਂ ਵੱਡਾ ਟੀਚਰ ਯਮਰਾਜ ਨੂੰ ਮੰਨਿਆ ਗਿਆ ਹੈ। ਯਮਰਾਜ ਕਾਲ ਹੈ, ਕਾਲ ਸਮੇਂ ਵੀ, ਮੌਤ ਨਾਲ ਫੇਸ ਟੂ ਫੇਸ ਹੋਣਾ ਸਮਾਂ ਮੰਗਦਾ ਹੈ, ਔਰ ਉਹ ਮੌਤ ਦੀ ਯਾਤਰਾ ਹਨੇਰੇ ਦੀ ਯਾਤਰਾ ਹੈ। ਗ੍ਰੀਕ ਮਾਈਥੋਲੋਜੀ 'ਚ ਔਰਫੀਅਸ ਦੀ ਜਿਹੜੀ ਕਹਾਣੀ ਹੈ ਕਿ ਆਪਣੀ ਪਤਨੀ ਨੂੰ ਲੈਣ ਲਈ ਉਹ ਮੌਤ ਤੱਕ ਜਾਂਦਾ ਹੈ, ਔਰ ਜਦੋਂ ਉਹਨੂੰ ਲੱਗਦਾ ਹੈ ਕਿ ਪਤਾ ਨਹੀਂ ਆ ਰਹੀ ਹੈ ਕਿ ਨਹੀਂ, ਪਿੱਛੇ ਮੁੜ ਕੇ ਦੇਖਦਾ ਤਾਂ ਇੱਕ ਵਰਸ਼ਨ ਇਹ ਹੈ ਕਿ ਉਸ ਦਾ ਜਿਸਮ ਟੋਟੇ-ਟੋਟੇ ਹੋ ਜਾਂਦਾ ਹੈ ਤੇ ਹਰ ਇੱਕ ਟੁਕੜਾ ਗੀਤ ਗਾਉਂਦਾ ਹੈ। ਉਹ ਕਲਾਕਾਰ ਦਾ ਮੌਤ ਨੂੰ ਰਿਅਲਾਈਜ਼ ਕਰਕੇ ਅਮਰ ਹੋਣਾ ਹੈ, ਲੇਕਿਨ ਯਾਤਰਾ ਮੌਤ ਦੇ ਥਰੂ ਹੈ। ਸੋ ਅਸੀਂ ਇੱਕ ਪਾਸੇ ਤਾਂ ਸਾਡੀ ਇਹ ਪਰੰਪਰਾ ਸੀ ਕਿ ਅਸੀਂ ਮੌਤ ਨੂੰ ਸਾਹਮਣੇ ਰੱਖ ਕੇ ਅੱਖਾਂ ਖੋਲ ਕੇ ਦੇਖਦੇ ਸੀ, ਔਰ ਸੋਗ ਦੇ ਦੌਰਾਨ ਅਸੀਂ ਮੌਤ ਨੂੰ ਯਾਦ ਕਰਦੇ ਸੀ। ਸੋ ਮਹਾਭਾਰਤ ਵਿੱਚ ਕ੍ਰਿਸ਼ਨ ਦੀ ਮੌਤ ਸਧਾਰਨ ਮੌਤ ਹੈ, ਫਿਰ ਇੰਨੀਆਂ ਸਾਰੀਆਂ ਹੋਰ ਮੌਤਾਂ ਹੈ, ਬੜੀਆਂ ਵਾਇਲੈਂਟ ਮੌਤਾਂ ਹੈ। ਹੋਮਰ ਦੇ ਇਲੀਅਡ ਦੇ ਵਿੱਚ ਜਦੋਂ ਲੋਕ ਲੜਦੇ ਪਏ, ਮਰਦੇ ਪਏ, ਤਾਂ ਨਾਲ ਉਹ ਦੱਸਦਾ ਪਿਆ ਕਿ ਇਸ ਦੇ ਪਿਓ ਨੂੰ ਨਹੀਂ ਸੀ ਪਤਾ ਕਿ ਇਹਦਾ ਤੀਸਰਾ ਮੁੰਡਾ ਵੀ ਹੁਣ ਗਿਆ, ਭਾਲਾ ਉਹਦੇ ਹੈਲਮਟ ਨੂੰ ਕੱਟ ਕੇ ਉਹਦਾ ਸਿਰ ਲੈ ਕੇ ਬਾਹਰ ਨਿਕਲ ਗਿਆ। ਬਿਲਕੁਲ, ਏਸ਼ੀਲੀਜ਼ ਵਾਲਾ ਹਾਲ ਹੈ ਨਾ, ਉਹਦੇ ਘਰਾਂ 'ਚ ਕੀ ਹਾਲ ਹੈ। ਜਿਹੜੀ ਇਹ ਡਿਸਰਪਸ਼ਨ ਹੋਈ ਹੈ ਨਾ, ਇਹ ਪਰੰਪਰਾ 'ਚ ਹੋ ਗਈ। ਗਲੋਬਲ ਲੈਵਲ ਤੇ ਕਲਚਰ ਹੀ ਐਸੀ ਬਣ ਗਈ। ਮੇਰੀ ਵੀ ਤਾਂ ਪਰੰਪਰਾ ਸੀ ਸੋਗ ਦੀ, ਉਹ ਟੁੱਟ ਗਈ ਨਾ ਜੀ। ਇਮਾਮ ਹੁਸੈਨ ਦੀ ਸ਼ਹਾਦਤ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਪੂਰਾ ਪੰਜਾਬ, ਸਾਰਾ ਕਮਿਊਨਿਟੀ ਸਭ ਸੋਗ ਵਿੱਚ ਹੁੰਦੀ ਹੈ। ਲੋਕਾਂ ਦੇ ਘਰ ਖੀਰ ਨਹੀਂ ਬਣਦੀ। ਗਰੇਵਾਲ ਜੀ ਨੇ ਗੱਲ ਸ਼ੁਰੂ ਕੀਤੀ ਨਾ ਪ੍ਰਧਾਨ ਮੰਤਰੀ ਤੋਂ, ਮੈਂ ਸਮਝਦਾ ਕਿ ਪੋਲਿਟਿਕਸ ਦਰਅਸਲ ਇੱਕ ਕਾਮਰਸ ਦੀ ਐਕਸਟੈਂਸ਼ਨ ਬਣ ਗਈ ਹੈ, ਰਾਈਟ। ਉਸ ਦੇ ਨਾਲ ਇਹ ਹੋਇਆ ਕਿ ਹਰ ਇੱਕ ਚੀਜ਼ ਇੱਕ ਮੰਡੀ ਹੈ, ਮੰਡੀ ਦੇ ਵਿੱਚ ਸੋਗ ਵੀ ਇੱਕ ਮੰਡੀ ਦੀ ਇੱਕ ਆਈਟਮ ਹੈ ਕਿ ਇਹ ਟਮਾਟਰਾਂ ਦੀ ਤਰ੍ਹਾਂ ਖਰਾਬ ਹੋ ਜਾਣੀ, ਇਹਨੂੰ ਲੰਘਾਓ ਤੇ ਅਗਲੀ ਸਬਜ਼ੀ ਲੈ ਕੇ ਆਓ। ਸੋ ਇਹ ਕਲੈਕਟਿਵ ਲੈਵਲ ਤੇ ਬਹੁਤ ਬੜੀ ਮੇਰੀ ਤਾਂ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈ ਨਾ। ਜੇ ਇੰਨੀ ਵੱਡੀ ਮਨੁੱਖਤਾ ਸੋਗ ਵਿੱਚ ਹੈ ਤਾਂ ਜਿਹੜਾ ਮੇਰਾ ਪੋਲੀਟੀਸ਼ੀਅਨ ਹੈ, ਜਿਹੜਾ ਮੈਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਮੈਨੂੰ ਸੋਗੀ ਨਹੀਂ ਦਿਖਾਈ ਦਿੰਦਾ। ਉਹ ਕਿਸੇ ਦੇ ਘਰ ਵੀ ਜਾਂਦਾ ਮੈਨੂੰ ਨਹੀਂ ਦਿਖਾਈ ਦਿੰਦਾ। ਉਹ ਇਹੀ ਨਹੀਂ ਕਹਿੰਦਾ ਇੰਨੇ ਲੋਕ ਚਲੇ ਗਏ, ਆਪਾਂ ਇਹਨਾਂ ਦੀ ਯਾਦ ਕਿਸ ਤਰ੍ਹਾਂ ਮਨਾਣੀ ਹੈ, ਇਹਨੂੰ ਮੈਮੋਰੀਅਲਾਈਜ਼ ਕਿੱਦਾਂ ਕਰਨਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਇੰਸ ਨੂੰ, ਡਾਟਾ ਨੂੰ, ਸਾਇੰਟੀਫਿਕ ਟੈਂਪਰਾਮੈਂਟ ਨੂੰ, ਸਰਕਾਰਾਂ ਤੇ ਖਲਕਤ ਦੀ ਰਿਲੇਸ਼ਨਸ਼ਿਪ ਨੂੰ ਮੈਮੋਰੀਅਲਾਈਜ਼ ਕਿੱਦਾਂ ਕਰਨਾ, ਇਹਦੀ ਕਿਵੇਂ ਇਹਦੀ ਸੰਸਥਾਗਤ ਇਹ ਤਰੀਕੇ ਨਾਲ ਕਿਵੇਂ ਇਹਨੂੰ ਯਾਦ ਰੱਖਿਆ ਜਾਵੇਗਾ। ਅਸੀਂ ਇਹ ਤਾਂ ਗੱਲਾਂ ਵੀ ਨਹੀਂ ਹੁੰਦੀਆਂ। ਮਤਲਬ ਅੱਜ ਇਹ ਡਿਬੇਟ ਅਸਲ ਵਿੱਚ ਮੇਰੇ ਬਹੁਤ ਸਾਰੇ ਆਡੀਅנס ਐਕਸਪੈਕਟ ਕਰ ਰਹੇ ਹੋਣਗੇ ਕਿ ਇਹ ਨਵਜੋਤ ਸਿੱਧੂ ਬਾਰੇ ਤਾਂ ਕਰਨ ਵਾਲਾ ਮੌਕਾ ਸੀਗਾ, ਰਾਹੁਲ ਗਾਂਧੀ ਨਾਲ ਮੁਲਾਕਾਤਾਂ ਹੋ ਗਈਆਂ ਨੇ ਕਾਂਗਰਸ ਦੀਆਂ, ਇਹ ਤੁਸੀਂ ਕਿਹੜੇ ਰੋਣੇ ਲੈ ਕੇ ਬੈਠ ਗਏ ਹੋ? ਇੱਧਰ ਤੇ ਭੁਚਾਲ ਆਇਆ ਪਿਆ ਦਿੱਲੀ ਦੇ ਬਾਰਡਰ ਦੇ ਉੱਤੇ। ਐਸਪੀ ਸਿੰਘ ਜੀ, ਇਹੀ ਤਾਂ ਕਮਾਲ ਹੈ ਕਿ ਪਰੰਪਰਾ ਦਾ ਨਾਮ ਲੈ ਕੇ ਅਸੀਂ ਪਰੰਪਰਾ ਨੂੰ ਹੀ ਬਿਟਰੇ ਕਰਦੇ ਪਏ। ਸਾਡੀ ਪਰੰਪਰਾ ਸੋਗ ਦੀ ਹੈ, ਰਹੀ ਹੈ, ਔਰ ਸਾਰੀ ਕਮਿਊਨਿਟੀਜ਼ ਦੀ ਰਹੀ ਹੈ। ਦੂਸਰੀ ਗੱਲ ਕਿ ਜਿਹੜਾ ਹੈ ਨਾ ਮੀਡੀਆ ਦਾ ਰੋਲ ਇਸ ਦੇ ਵਿੱਚ, ਮੇਰਾ ਖਿਆਲ ਹੈ ਕਿ ਇੱਕ ਤਾਂ ਕਲੈਕਟਿਵਿਟੀ ਤੇ ਇੰਡੀਵਿਜੂਅਲ, ਗਰੀਫ ਅਲਟੀਮੇਟਲੀ ਇੰਡੀਵਿਜੂਅਲ ਹੁੰਦਾ ਹੈ। ਓਕੇ, ਮਤਲਬ ਮੈਂ ਐਸੇ ਦੋਸਤ ਅਫਸੋਸ ਮੇਰੇ ਘਰ ਵਿੱਚ ਹੋ ਸਕਦਾ, ਜਨਤਕ ਪਿੰਡ ਵਿੱਚ ਨਹੀਂ ਹੋ ਸਕਦਾ ਹੈ, ਲੇਕਿਨ ਉਹ ਵੀ ਜੇ ਮੈਂ ਨਿੱਜੀ ਮਹਿਸੂਸ ਕਰਾਂ ਤਾਂ ਮੈਂ ਐਸਾ ਵੀ ਕੇਸ ਦੇਖਿਆ ਹੈ ਕਿ ਜਿੱਥੇ ਘਰ ਦਾ ਬਜ਼ੁਰਗ ਕਲਕੱਤਾ 'ਚ ਮਰਦਾ ਹੈ ਤੇ ਉਸ ਨੂੰ ਉਸ ਦੇ ਸਿਰਫ ਸਵਾਹ ਮਿਲਦੀ ਹੈ, ਕਿਉਂ? ਤੁਹਾਨੂੰ ਅਲਾਉਡ ਹੀ ਨਹੀਂ ਕਿ ਤੁਸੀਂ ਬੋਡੀ ਨੂੰ ਟੱਚ ਵੀ ਕਰੋ। ਉਹ ਪੈਕਟ ਦਾ ਰੱਖ ਕੇ ਬੰਗਾਲੀ ਦੀ ਟ੍ਰੈਡੀਸ਼ਨ ਹੈ, ਬਿਲਕੁਲ। ਉਹ ਛੱਡ ਕੇ ਆ ਜਾਂਦੇ ਨੇ, ਚਿਕਾਂ ਨੂੰ ਜਲਦੀ ਛੱਡ ਕੇ ਆ ਜਾਂਦੇ ਨੇ। ਨਹੀਂ, ਇੱਥੇ ਕੀ ਹੋਇਆ ਕਿ ਹਸਪੀਟਲ ਤੋਂ ਲੈ ਕੇ ਡਿਸਪੋਜ਼ ਆਫ ਕਰਕੇ ਕਹਿੰਦੇ ਉੱਥੇ ਪੈਕਟ ਪਿਆ, ਤੁਸੀਂ ਲੈ ਜਾਈਓ, ਅਸੀਂ ਸੈਨੀਟਾਈਜ਼ ਕਰ ਦਿੱਤਾ ਹੈ, ਲੇਕਿਨ ਤੁਸੀਂ ਆਪ ਆਪਣੇ ਮਰੇ ਹੋਏ ਬਜ਼ੁਰਗ ਨੂੰ ਡਿਸਪੋਜ਼ ਆਫ ਨਹੀਂ ਕਰਨਾ। ਮੈਨੂੰ ਇਹ ਕਲੋਜ਼ਰ ਕਦੋਂ ਹੋਏਗਾ? ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਵੈਸੇ ਜਿਸ ਤਰ੍ਹਾਂ ਦਾ ਵਿਸ਼ਾ ਨਾ, ਇੱਕ ਤਾਂ ਥੋੜਾ ਅਨ ਟੀਵੀ ਲਾਈਕ ਵਿਸ਼ਾ ਅਸੀਂ ਅੱਜ ਚੁਣ ਲਿਆ ਗੱਲ ਕਰਨ ਲਈ। ਇਹਦੇ ਵਿੱਚ ਕੋਈ ਰੋਕਾਂ ਇੱਕ ਤਾਂ ਗਰਮਾ ਗਰਮੀ ਨਹੀਂ ਹੈ, ਇੱਕ ਇਹਦੇ 'ਚ ਰੁਕਾਵਟਾਂ ਹੋਣੀਆਂ ਨਹੀਂ ਚਾਹੀਦੀਆਂ। ਇੱਕ ਇਹਦੇ 'ਚ ਸੱਚੀ ਪੁੱਛੋ ਤੇ ਇਹ ਚਰਚਾ ਜੇ ਤੁਸੀਂ ਦੋਵੇਂ ਆਪਸ ਵਿੱਚ ਕਰਦੇ ਤਾਂ ਇਹਦੇ 'ਚ ਐਂਕਰ ਨਹੀਂ ਹੋਣਾ ਚਾਹੀਦਾ, ਤੇ ਮੈਂ ਸਰੋਤਾ ਬਣ ਕੇ ਹੀ ਸੁਣ ਰਿਹਾ। ਇਸ ਕਰਕੇ ਮੈਂ ਆਪਣੇ ਉਸ ਮਨ ਮਸਤਕ ਮਿਜਾਜ਼ ਦੇ ਵਿੱਚ ਵੀ ਨਹੀਂ ਹਾਂ ਜਿਹਦੇ ਵਿੱਚ ਐਂਕਰ ਹੁੰਦੇ ਨੇ। ਬ੍ਰੇਕ ਲਈ ਰੁਕ ਰਿਹਾ ਤੇ ਪਾਰਕ ਯੋਰ ਥਾਟਸ। ਠੀਕ, ਇੱਥੋਂ ਹੀ ਫਿਰ ਤੋਂ ਇੱਕ ਵਾਰੀ ਪੁੱਛਾਂਗੇ,
ਅਜੀਬ ਜਿਹਾ ਸਵਾਲ ਕਿ ਅਸੀਂ ਨਾਰਮਲ ਕਿਉਂ ਆ, ਉਦਾਸ ਕਿਉਂ ਨਹੀਂ ਆ, ਤੇ ਇਸ ਉਦਾਸੀ ਦੀ ਓਨਰਸ਼ਿਪ ਕਿਹਦੇ ਕੋਲ ਹੈ? ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਕੋਈ 4 ਲੱਖ ਮਰ ਗਏ ਨੇ ਇੱਥੇ, ਕੋਈ 16-17 ਹਜ਼ਾਰ ਪੰਜਾਬ 'ਚ ਮਰ ਗਏ ਨੇ, ਪੰਜਾਬ ਹਰਿਆਣਾ ਮਿਲਾ ਲਈਏ ਤੇ 25-26 ਹਜ਼ਾਰ ਮਰ ਗਏ ਨੇ। ਤੇ ਬਾਹਰ ਜ਼ਮਾਨੇ 'ਚ ਸੜਕ ਦੇ ਉੱਤੇ ਕਿਸੇ ਕਿਸਮ ਦਾ ਸੋਗ ਨਹੀਂ ਹੈ, ਭੀੜਾਂ ਨੇ। ਤੇ ਪੋਲੀਟੀਸ਼ੀਅਨ ਬਾਰ-ਬਾਰ ਕਹਿ ਰਹੇ ਨੇ ਕਿ ਭੀੜਾਂ ਨਾ ਕਰੋ ਜੀ, ਵਰਨਾ ਇਹ ਗਿਣਤੀਆਂ ਵੱਧ ਸਕਦੀਆਂ ਨੇ, ਲਾਸ਼ਾਂ ਵੱਧ ਸਕਦੀਆਂ ਨੇ, ਜ਼ਿਆਦਾ ਅਰਥੀਆਂ ਉੱਠਣਗੀਆਂ, ਹੋਰ ਲੋਕਾਂ ਦੇ ਫੁੱਲ ਚੁੱਗਣ ਜਾਣਾ ਪਏਗਾ ਉਹ ਵਾਲੇ ਪਲਾਸਟਿਕ ਵਾਲੇ ਕੱਪੜੇ ਪਾ ਕੇ। ਇਹ ਸੋਗ ਕਿਉਂ ਨਹੀਂ ਹੈ ਸਾਡੇ ਵਿੱਚ, ਗਰੀਫ ਕਿਉਂ ਨਹੀਂ ਹੈ, ਇਹਦੇ ਬਾਰੇ ਚਰਚਾ ਕਰ ਰਹੇ ਹਾਂ। ਸਾਡੇ ਨਾਲ ਬਲਵਿੰਦਰ ਗਰੇਵਾਲ ਜੀ ਨੇ, ਕਹਾਣੀਕਾਰ, ਅਤੇ ਪ੍ਰੋਫੈਸਰ ਰਾਜੇਸ਼ ਸ਼ਰਮਾ ਨੇ। ਬਲਵਿੰਦਰ ਗਰੇਵਾਲ ਜੀ, ਵਨ ਰੀਜ਼ਨ ਇਜ਼, ਇੱਕ ਤਾਂ ਕਿ ਅਸੀਂ ਬਹੁਤ ਨੇੜੇ ਹਾਂ ਟ੍ਰੈਜਡੀ ਦੇ। ਹੁਣੇ ਹੀ ਤਾਂ ਟ੍ਰੈਜਡੀ ਹੋ ਰਹੀ ਹੈ, ਘਟਦੀ, ਜਿਸ ਵੇਲੇ ਘਟ ਰਹੀ ਹੁੰਦੀ ਹੈ ਟ੍ਰੈਜਡੀ, ਮਹਾਂਭਾਰਤ ਲੜੀ ਜਾ ਰਹੀ ਹੈ, ਲਾਸ਼ਾਂ ਵਿਛੀਆਂ ਹੋਈਆਂ ਨੇ, ਤਾਂ ਮੈਦਾਨੇ ਜੰਗ ਦੇ ਵਿੱਚ ਸੋਗ ਦੀ ਜਗ੍ਹਾ ਨਹੀਂ ਹੁੰਦੀ। ਮੈਂ ਇਹ ਗੱਲ ਤਾਂ ਮੰਨਦਾ, ਪਰ ਉਸ ਮਹਾਂਭਾਰਤ ਨੂੰ ਜੇ ਅਸੀਂ ਇੰਨੇ ਸਦੀਆਂ ਤੱਕ ਯਾਦ ਕਰਦੇ ਹਾਂ, ਜੇ ਅਸੀਂ ਮਹਾਂਭਾਰਤ ਇੱਕ ਅਸੀਂ ਵੀ ਲੜਿਆ ਸੀ 1947 ਵਾਲਾ ਆਪਣੇ ਸਕਿਆਂ ਨਾਲ, ਬਿਲਕੁਲ ਠੀਕ, ਉਸ ਸਕਿਆਂ ਵਾਲੇ ਮਹਾਂਭਾਰਤ ਵਾਂਗ ਹੀ ਸੀ। ਤੇ ਉਹਦੇ ਸੋਗ ਲਈ ਸਾਨੂੰ ਦਹਾਕੇ ਲੱਗ ਗਏ ਸੀ। ਅੱਜ ਵੀ ਸਾਡੀ ਆਪਣੇ ਆਪ ਤੋਂ ਇਹ ਸ਼ਿਕਾਇਤ ਹੈ ਕਿ ਅਸੀਂ ਉਹ ਅਥਰੂ ਨਹੀਂ ਕਹਿ ਰਹੇ, ਉਹਦੇ ਪੱਧਰ ਦੀ ਗੱਲ ਨਹੀਂ, ਉਸ ਪੱਧਰ ਦੀ ਅਜੇ ਗੱਲ ਨਹੀਂ ਹੋਈ। ਵੀ ਹੈਵਨਟ ਟੋਲਡ ਦਾ ਵਰਲਡ ਦਾ ਸਟੋਰੀ, ਹੈ ਨਾ। 84 ਦੀ ਤੇ ਫਿਰ ਪਤਾ ਨਹੀਂ ਕਦੋਂ ਵਾਰੀ ਆਣੀ ਹੈ। 2002 ਬਾਰੇ ਤਾਂ ਸਾਡੇ ਪਿੱਛੇ ਲਾਈਨ 'ਚ ਲੱਗੇ ਰਹਿਣ, ਜਿਹੜੇ ਵਿੱਚੋਂ ਕੋਈ ਬਥਾਨੀ ਟੋਲਾ ਹੋ ਜਾਂਦਾ, ਕੋਈ ਹੋਰ ਕਤਲੇਆਮ ਹੋ ਜਾਂਦੇ ਨੇ, ਉਹਨਾਂ ਦੀ ਗੱਲ ਵੱਖਰੀ ਹੈ। ਇਹ ਜਿਹੜੀਆਂ ਮਿਲੀਅਨਸ ਆਫ ਸਟੋਰੀਜ਼ ਬਣਨੀਆਂ ਸੀ, ਤੁਸੀਂ ਕਹਾਣੀਕਾਰ ਤਾਂ ਲੱਭਦਾ ਹੈ ਕਿ ਪਾਤਰ ਕਿੱਥੋਂ ਮਿਲ ਜਾਏ, ਘਟਨਾ ਕਿੱਥੋਂ ਮਿਲ ਜਾਏ ਜਿਹੜੀ ਯੂਨੀਵਰਸਲਾਈਜ਼, ਜਿਹਨੂੰ ਮੈਂ ਕਰ ਸਕਾਂ, ਜਿਹੜੀ ਸਾਰਿਆਂ ਨੂੰ, ਸਭ ਦੀ ਕਹਾਣੀ ਹੋਵੇ। ਇੱਥੇ ਤਾਂ ਘਰ ਘਰ ਉਹ ਕਹਾਣੀਆਂ ਪਈਆਂ ਨੇ ਜਿੱਥੇ ਮਿਲੀਅਨਸ ਆਫ ਸਟੋਰੀਜ਼ ਨੇ, ਮਿਲੀਅਨਸ। ਉੱਥੇ ਸੋਗ ਕਿਉਂ ਨਹੀਂ ਹੈ? ਦੇਖੋ, ਮੈਂ ਇਸ ਗੱਲ ਨੂੰ ਜਿਵੇਂ ਸਮਝਦਾ, ਜਿਹੜਾ ਤੁਹਾਡਾ ਹੁਣ ਦਾ ਕੁਐਸਚਨ ਹੈ ਨਾ, ਉਦੋਂ ਪਹਿਲਾਂ ਮੇਰੇ ਸ਼ਾਇਦ ਇਸੇ ਗੱਲ 'ਚ ਇਹਦਾ ਜਵਾਬ ਵੀ ਆ ਜਾਊਗਾ ਜੀ, ਕਿ ਇੱਕ ਤਾਂ ਅਸੀਂ ਅਜੇ ਸੱਚਮੁੱਚ ਦੇ ਸਦਮੇ 'ਚ ਵੀ ਹੈਗੇ, ਡਰ 'ਚ ਵੀ ਹੈਗੇ, ਤੇ ਉਹ ਡਰ ਪੈਦਾ ਕਰਨ ਤੇ ਵੀ ਬਹੁਤ ਜ਼ਿਆਦਾ ਜ਼ੋਰ ਲਾਇਆ ਗਿਆ ਹੈ। ਤਾਂ ਮੈਂ ਸਮਝਦਾ ਕਿ ਅਜੇ ਅਸੀਂ ਆਪਣੇ ਆਪ ਦੀ ਬਚਾਅ ਦੀ ਮੁਦਰਾ 'ਚ ਵੀ ਹਾਂ। ਓਕੇ। ਦੂਜੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਕੀਤੀ ਹੈ ਨਾ, ਉਹ ਗੱਲ ਵੀ ਮੈਨੂੰ ਬਹੁਤ ਮਹੱਤਵਪੂਰਨ ਲੱਗੀ ਹੈ ਕਿ ਚੀਜ਼ਾਂ ਨੇ ਜਿਹੜੀਆਂ ਉਹ ਕਿਵੇਂ ਕਮਰਸ਼ਲਾਈਜ਼ ਹੋ ਗਈਆਂ ਹੋਈਆਂ ਨੇ ਹੁਣ ਸਮੇਤ ਪੋਲੀਟਿਕਸ ਤੇ। ਤਾਂ ਮੇਰੇ ਜਿਹੜੀ ਗੱਲ ਖਿਆਲ ਆਉਂਦੀ ਸੀ ਨਾ ਇੱਥੋਂ, ਕਿ ਅਸੀਂ ਕਿਵੇਂ ਫਿਰ ਸਾਡੀ ਚੀਜ਼ਾਂ ਪ੍ਰਤੀ ਐਟੀਟਿਊਡ, ਮੌਤ ਵਰਗੀ ਗੱਲ ਪ੍ਰਤੀ ਐਟੀਟਿਊਡ ਵੀ ਹੈ ਜਿਹੜਾ ਉਹ ਕਮਰਸ਼ਲਾਈਜ਼ ਹੋ ਜਾਂਦਾ ਹੈ। ਤਾਂ ਮੇਰੇ ਇਹ ਨਾ ਬਦਲਦੇ ਰਿਸ਼ਤਿਆਂ ਦੀ ਗੱਲ ਮੇਰੇ ਸਮਝ ਆਉਂਦੀ ਹੈ, ਕਿਵੇਂ ਮਟੀਰੀਅਲ ਨੇ ਸਾਨੂੰ ਬਦਲਤਾ। ਉਦਾਹਰਣ ਲਈ, ਕਿ ਜਦੋਂ ਆਪਾਂ ਅਜੇ ਬੜੇ ਹੋਣਾ ਸ਼ੁਰੂ ਕੀਤਾ, ਉਦੋਂ ਸਾਡਾ ਫਸਲ ਨਾਲ ਰਿਸ਼ਤਾ ਸੀ ਜਿਹੜਾ, ਸਾਡੇ ਅਨਾਜ ਨਾਲ ਰਿਸ਼ਤਾ ਸੀ ਜਿਹੜਾ, ਇਹ ਗੱਲ ਉੱਪਰੀ ਲੱਗ ਸਕਦੀ ਹੈ, ਲੇਕਿਨ ਤੁਸੀਂ ਪੁੱਤਾਂ ਵਾਂਗ ਪਾਲੀ ਹੈ। ਹਾਂ, ਪੁੱਤਾਂ ਵਾਂਗ ਪਾਲੀ ਹੈ। ਤੇ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਉਹਨੂੰ ਬੀਜਣ ਤੋਂ ਲੈ ਕੇ ਉਹਨੂੰ ਪੋੜਦੇ ਸੀ, ਚਾਹੇ ਕੇੜਦੇ ਸੀ ਜਾਂ ਛਿੱਟਾ ਦਿੰਦੇ ਸੀ, ਉਦੋਂ ਲੈ ਕੇ ਗੁੱਡਦੇ ਸੀ, ਵੱਢਦੇ ਸੀ, ਪਲੋਸਦੇ ਸੀ, ਨਰਚਰਿੰਗ ਦਾ ਪੂਰਾ ਪ੍ਰੋਸੈਸ ਸੀ। ਤੇ ਸਾਡਾ ਉਹਦੇ ਨਾਲ, ਮੈਂ ਸਮਝਦਾ ਕਿ ਕਣਕ ਦੇ ਬੋਹਲ ਤੇ ਬੈਠਣਾ ਤੇ ਉਹਨਾਂ ਦਾਣਿਆਂ ਨੂੰ ਆਪਣੇ ਪਿੰਡੇ ਨਾਲ ਲੱਗਦੇ ਹੋਏ ਮਹਿਸੂਸ ਕਰਨਾ, ਉਹਦੇ ਵਰਗੀ ਦੁਨੀਆ 'ਚ ਸੰਵੇਦਨਸ਼ੀਲ ਚੀਜ਼ ਕੋਈ ਨਹੀਂ, ਤੁਹਾਡਾ ਰੋਂ ਖੜਾ ਕਰ ਦਿੰਦਾ। ਭਗਤੀ ਹੈ। ਤੇ ਹੁਣ ਕੀ ਹੋ ਰਿਹਾ ਹੈ? ਹੁਣ ਇਹ ਹੋ ਰਿਹਾ ਕਿ ਤੁਹਾਡਾ ਫਸਲ ਨੂੰ ਮੰਡੀ ਤੱਕ ਬੀਜਣ ਤੋਂ ਲੈ ਕੇ ਮੰਡੀ ਤੱਕ ਲੈ ਕੇ ਜਾਣ ਦੀ ਸਾਰੀ ਪ੍ਰੋਸੈਸ 'ਚ ਹੱਥ ਤੱਕ ਨਹੀਂ ਲੱਗਦਾ। ਅਸੀਂ ਟੁੱਟ ਗਏ ਹਾਂ ਸਾਰੇ। ਇਹ ਜਿਹੜਾ ਸਦੀਆਂ ਦੀ ਕਮਾਈ ਤੋਂ ਟੁੱਟ ਗਏ, ਸਦੀਆਂ ਦੀ ਕਮਾਈ ਤੋਂ, ਜਿਹਨੂੰ ਤੁਸੀਂ ਐਲੀਨੇਸ਼ਨ ਕਹਿ ਸਕਦੇ ਹੋ, ਇਹ ਜਿਹੜਾ ਬਦਲਿਆ ਹੋਇਆ ਰਿਸ਼ਤਾ, ਇਹਦੇ ਨਾਲ ਰਿਸ਼ਤੇ ਤੋਂ ਵੀ ਟੁੱਟ ਗਿਆ। ਇਹਨੂੰ ਤੁਸੀਂ ਸਿਰਫ ਕੋਈ ਮਾਸੀ ਲੱਗਦੀ ਸੀ ਤਾਂ ਉਹਦੇ ਮਾਇਨੇ ਹੁੰਦੇ ਸੀ, ਕਿ ਮਾਸੀ ਦੇ ਕੀ ਮਾਇਨੇ ਨੇ, ਚਾਚੀ ਦੇ ਕੀ ਮਾਇਨੇ ਨੇ, ਤਾਏ ਦੇ ਕੀ ਮਾਇਨੇ ਨੇ, ਹੈ ਨਾ। ਉਹ ਅਦਬ ਅਦਾ ਵੀ ਡਿਫਰੈਂਟ ਹੁੰਦਾ ਸੀਗਾ, ਕਿ ਬਜ਼ੁਰਗ ਦੇ ਅੱਗੇ ਕਿੱਦਾਂ ਜਾਣਾ, ਖਾਲਾ ਜਾਨ ਦੇ ਸਾਹਮਣੇ ਕਿਵੇਂ ਪੇਸ਼ ਹੋਣਾ। ਅੱਖਾਂ ਦੀ ਸ਼ਰਮ ਦੀ ਗੱਲ ਅਸੀਂ ਕਰਦੇ ਹਾਂ ਜੀ। ਤਾਂ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਹੈ ਕਿ ਇਹ ਜਿਹੜੀ, ਜੇ ਤੁਹਾਡੇ
ਸ਼ਬਦਾਵਲੀ 'ਚ ਕਹਿਣਾ ਹੋਵੇ ਮੀਡੀਆ ਦੀ 'ਚ, ਤਾਂ ਇਹ ਇੱਕ ਪੈਕੇਜ ਹੈ। ਸੋ ਗ੍ਰੀਫ ਇਜ਼ ਆਲਸੋ ਪੈਕੇਜ ਡੀਲ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਕਣਕ ਨਾਲ ਰਿਸ਼ਤਾ ਹੋਰ ਹੋਊਗਾ, ਸਾਡਾ ਰਿਸ਼ਤਾ ਬਨਸਪਤੀ ਨਾਲ ਹੋਰ ਹੋਊਗਾ, ਤੇ ਦੁੱਖ ਤੇ ਨਾਲ ਸਾਡਾ ਹੋਰ ਹੋਏਗਾ, ਬੰਦਿਆਂ ਦੇ ਦੁੱਖ ਨਾਲ ਹੋਰ ਹੋਊਗਾ। ਜੇ ਮੈਨੂੰ ਇੱਕ ਸੈਕਿੰਡ ਹੋਰ ਦਮੋ, ਮੈਨੂੰ ਡਰ ਪਤਾ ਕਿ ਤੁਹਾਡੀਆਂ ਗੱਲਾਂ ਸੁਣ ਕੇ ਕੋਈ ਫਟਾਫਟ ਇਹ ਨਾ ਸੋਚੇ ਕਿ ਇੱਕ ਵੈਬਸਾਈਟ ਖੜੀ ਕਰੋ ਵੀ griefsharinggrief.com, ਇੱਥੇ ਆ ਕੇ ਆਪਣਾ ਸੋਗ ਪ੍ਰਗਟ ਕਰ ਲਿਆ ਕਰੋ ਤੇ ਇਹ ਮੈਂਬਰਸ਼ਿਪ ਹੈ ਹਫਤੇ ਦੀ। ਇਹ ਵੀ ਹੋ ਸਕਦਾ ਜ਼ਮਾਨੇ ਅਨੁਸਾਰ, ਪਰ ਜੇ ਮੈਨੂੰ ਇੱਕ ਸੈਕਿੰਡ ਦਿਓ ਤਾਂ ਮੈਂ ਇਸ ਰਿਸ਼ਤੇ ਪ੍ਰਤੀ ਨਾ ਤੁਹਾਨੂੰ ਇੱਕ ਛੋਟਾ ਕਿੱਸਾ ਸੁਣਾਉਣਾ ਹੈ ਜੀ। ਕਿ ਸਾਡੇ ਨਾ ਖੂਹ ਤੇ ਇੱਕ ਤੂਤ ਸੁੱਕ ਗਿਆ, ਤੇ ਉਹ ਖੜਾ ਸੀ ਰਾਹ ਦੇ ਕੋਲ, ਤੇ ਸਾਨੂੰ ਆਪਣੇ ਖੂਹ ਤੇ ਜਾਣ ਲਈ, ਮੋਟਰ ਤੇ ਜਾਣ ਲਈ ਇੱਕ ਘੁੰਮ ਕੇ ਰਾਹ ਬਣਾਇਆ ਹੋਇਆ ਸੀ ਉਸ ਤੂਤ ਦੀ ਵਜ੍ਹਾ ਕਰਕੇ। ਉਹ ਸੁੱਕ ਗਿਆ ਤੇ ਠੂਠ ਰਹਿ ਗਿਆ, ਤੇ ਅਸੀਂ ਕਿਹਾ ਵੀ ਇਹਨੂੰ ਪੱਟ ਦਈਏ। ਬਾਪੂ ਕਹਿੰਦਾ ਵੀ ਇਹ ਤੁਹਾਨੂੰ ਕੀ ਕਹਿੰਦਾ ਵੀ ਪੱਟਣਾ, ਇਹ ਖੜਾ ਹੈ, ਦਰਖਤ ਹੈ, ਇਹਨੂੰ ਖੜਾ ਰਹਿਣ ਦਿਓ। ਅਸੀਂ ਕਿਹਾ ਵੀ ਇਹ ਸੁੱਕ ਗਿਆ, ਉਹ ਕਹਿੰਦਾ ਹਰਾ ਹੋ ਜਾਂਦਾ ਹੁੰਦਾ, ਕੋਈ ਗੱਲ ਨਹੀਂ ਹੈ। ਤੇ ਹੁਣ ਸਾਡਾ ਉਹ ਰਾਹ ਰੋਕਦਾ ਸੀ, ਹਾਲਾਂਕਿ ਸਾਨੂੰ ਬਾਪੂ ਨੇ ਕਿਹਾ ਵੀ ਮੈਂ ਅੱਡ ਤੁਹਾਨੂੰ ਪਹੀ ਦਿੱਤੀ ਹੋਈ ਹੈ, ਤੁਸੀਂ ਉੱਧਰ 'ਚ ਜਾਓ, ਮੈਨੂੰ ਵੀ ਦਿੰਦਾ ਇਹ। ਉਹ ਇੱਕ ਦਿਨ ਕਿਤੇ ਉਹ ਬਾਹਰ ਚਲਿਆ ਗਿਆ, ਤੇ ਅਸੀਂ ਕਿਹਾ ਵੀ ਅੱਜ ਠੀਕ ਆ ਮੌਕਾ, ਅਸੀਂ ਉਹ ਪੱਟਿਆ ਤੇ ਪਰੇ ਕਮਾਦ ਦੇ ਉਲਝ ਸੱਟਿਆ ਦਾ। ਬਾਪੂ ਦੂਏ ਦਿਨ ਆਇਆ, ਤੇ ਉਹਨੇ ਆਉਂਦੀ ਸਾਰ ਪਹਿਲੀ ਗੱਲ ਇਹ ਕੀਤੀ, ਉਹ ਕਹਿੰਦਾ ਵੀ ਉਹ ਤੂਤ ਕਿੱਥੇ ਗਿਆ। ਜਾਣੀ ਜਿਹਨੂੰ ਅਸੀਂ ਠੂਠ ਕਹਿੰਦੇ ਸੀ ਉਹਨੂੰ ਉਹ ਤੂਤ ਕਹਿੰਦਾ ਸੀ। ਤੇ ਅਸੀਂ ਚੁੱਪ ਜੇ ਕਰਕੇ ਉਹਨੂੰ ਦੱਸਤਾ ਵੀ ਉਹ ਤਾਂ ਪੱਟਤਾ ਸੀ ਕੱਲ ਆ, ਤੇ ਉਹ ਸਾਡੇ ਨਾਲ ਰੁੱਸ ਗਿਆ, ਗੁੱਸੇ ਹੋ ਗਿਆ। ਤੇ ਸਬੱਬ ਇਹ ਹੋਇਆ ਕਿ ਜਿੱਥੇ ਤੂਤ ਛਿੱਟਿਆ ਸੀ ਲਿਜਾ ਕੇ, ਉਹ 2 ਮਹੀਨੇ ਬਾਅਦ ਮੀਂਹ ਮੂੰਹ ਪਏ ਤੇ ਉਹ ਫੁੱਟਿਆ, ਤੂਤ ਹਰਾ ਹੋ ਗਿਆ। ਸਾਡਾ ਜੀਵਨ ਚੋਂ ਜਿਹੜਾ ਇਹ ਹਰੇ ਹੋਣ ਦਾ, ਮੁੜ ਹਰੇ ਹੋਣ ਦਾ ਜਿਹੜਾ ਵਿਸ਼ਵਾਸ ਹੈ ਨਾ, ਇਹਨੂੰ ਵੀ ਇਸ ਸਾਰੀ ਕਮਰਸ਼ਲਾਈਜੇਸ਼ਨ ਨੇ ਅਸਲ 'ਚ ਸੱਟ ਮਾਰੀ ਹੈ। ਅਸੀਂ ਨਿਰੇ ਵਿਅਕਤੀਗਤ ਹੋ ਗਏ, ਆਪਣੇ ਫਾਇਦੇ ਤੱਕ ਹੋ ਗਏ। ਰਹਿੰਦੀ ਅਜੇ ਤੱਕ ਵੀ। ਮੈਂ ਇੱਕ ਛੋਟੀ ਗੱਲ ਸੁਣਾਉਣਾ, ਕਹਾਣੀ ਕਰੋ, ਸ਼ੁਕਰ ਕਰੋ ਸੋਹਣ ਸਿੰਘ ਸੀਤਲਰੀ ਹੈ ਨਹੀਂ ਕਿ ਤੁਹਾਡੇ ਖਿਲਾਫ ਤਾਂ FIR ਹੋਣ ਵਾਲੀ ਸੀ, ਤੁਸੀਂ ਤੂਤਾਂ ਵਾਲੇ ਖੂਹ ਦਾ ਤੂਤ ਪੱਟਣ ਵਾਲੇ। ਮੈਂ ਇੱਕ ਸੈਕਿੰਡ ਜੀ ਮੈਂ ਪ੍ਰੋਫੈਸਰ ਰਾਜੇਸ਼ ਨੂੰ ਡਰਾ ਕਰਾਂ ਇਹਦੇ 'ਚ। ਪ੍ਰੋਫੈਸਰ ਰਾਜੇਸ਼, ਅਸੀਂ ਨਾ ਹੁਣ ਕਹਾਣੀਕਾਰ ਬੈਠੇ ਨੇ ਤਾਂ ਕਹਾਣੀਆਂ ਵਾਲੀ ਗੱਲ ਹੈ ਵੀ ਅਸੀਂ ਜਦੋਂ ਆ ਥ੍ਰਿਲਰ ਪੜ੍ਹਦੇ ਸੀਗੇ, ਬੜੀਆਂ ਬੰਬਈਆ ਫਿਲਮਾਂ ਥ੍ਰਿਲਰ ਦੇਖਦੇ ਹਾਂ ਵੀ ਕਿਸ ਨੇ ਕਤਲ ਕੀਆ, ਤੇ ਹਰ ਇੱਕ 'ਤੇ ਸ਼ੱਕ ਕਰਦੇ ਰਹਿੰਦੇ ਸਕਰੀਨ 'ਤੇ, ਇਹ ਹੋ ਸਕਦਾ ਹੈ, ਇਹਦੀਆਂ ਅੱਖਾਂ ਇੱਦਾਂ ਲੱਗਦੀਆਂ ਨੇ, ਇਹ ਕਹਾਣੀ ਦਾ ਪਾਤਰ ਇਸ ਤਰੀਕੇ ਨਾਲ ਐਕਟ ਕਰਦਾ ਹੈ, ਇਹ ਉਸ ਦਿਨ ਟ੍ਰੇਨ 'ਚ ਆਇਆ ਸੀ, ਇਹਨੇ ਕਤਲ ਕੀਤਾ ਹੋਵੇਗਾ। ਅੰਤ 'ਤੇ ਕੋਈ ਇੱਕ ਕਾਤਲ ਨਿਕਲ ਆਉਂਦਾ, ਜਾਂ ਅਸੀਂ ਠੀਕ ਸਾਬਤ ਹੋ ਜਾਂਦੇ ਸੀ ਜਾਂ ਗਲਤ ਸਾਬਤ ਹੋ ਜਾਂਦੇ ਸੀ। ਹੁਣ ਹਾਲਤ ਇਹ ਹੈ ਜਿਵੇਂ ਅਸੀਂ ਮਾਸਕ ਬੰਨੀ ਫਿਰਦੇ ਹਾਂ, ਇੱਕ ਦੂਜੇ ਤੋਂ ਡਿਸਟੈਂਸ ਰੱਖਦੇ ਹਾਂ, 2 ਗਜ਼ ਦੀ ਦੂਰੀ ਰੱਖਣੀ ਹੈ। ਅਸੀਂ ਦਰਅਸਲ ਸਾਰੇ ਇੱਕ ਥ੍ਰਿਲਰ ਵਿੱਚ ਰਹਿ ਰਹੇ ਹਾਂ। ਹਰ ਕੋਈ ਮਸ਼ਕੂਕ ਅਫਰਾਦ ਹੈ, ਹਰ ਕੋਈ ਸ਼ੱਕੀ ਹੈ, ਇਹ ਮੇਰਾ ਕਤਲ ਕਰ ਸਕਦਾ, ਮੇਰੇ ਨੇੜੇ ਆ ਕੇ ਸਾਹ ਲੈ ਦਿੱਤਾ ਤੇ ਕਿਤੇ ਮੈਨੂੰ ਕੋਵਿਡ ਨਾ ਹੋ ਜਾਵੇ, ਮੈਂ ਇਹਦੇ ਨੇੜੇ ਜਾ ਕੇ ਸਾਹ ਲੈ ਤੇ ਇਹਦੇ ਨਾਲ ਹੱਥ ਮਿਲਾ ਲਿਆ, ਇਹਨੂੰ ਕੋਵਿਡ ਨਾ ਹੋ ਜਾਵੇ। ਸੋ ਕੋਈ ਵੀ ਸਾਡੇ ਵਿੱਚੋਂ ਲਾਸ਼ ਬਣ ਸਕਦਾ ਹੈ, ਕੋਈ ਵੀ ਕਾਤਲ ਹੋ ਸਕਦਾ ਹੈ। ਜਿਸ ਵੇਲੇ ਤੁਸੀਂ ਇਹੋ ਜਿਹੇ ਸਮਿਆਂ ਵਿੱਚ ਰਹਿ ਰਹੇ ਹੋ ਜਿੱਥੇ ਹਰ ਕੋਈ ਸ਼ੱਕੀ ਕਾਤਲ ਹੈ ਜਾਂ ਸ਼ੱਕੀ ਲਾਸ਼ ਹੈ, ਤਾਂ ਉਸ ਵਿੱਚ ਤਾਂ ਸਾਡਾ ਪੂਰਾ ਧਿਆਨ ਹੀ ਇਹਦੇ ਵਿੱਚ ਹੋਏਗਾ ਕਿ ਜ਼ਿੰਦਾ ਤੇ ਮੁਰਦਾ ਵਿੱਚ ਫਰਕ ਕੀ ਹੈ, ਤੇ ਇੰਨੇ ਸਾਰੇ ਮੁਰਦਿਆਂ ਦਾ ਮਾਇਨਾ ਕੀ ਹੈ। ਦੈਨ ਇਹਦੀ ਨੀਡ ਹੋਰ ਬਹੁਤ ਜ਼ਿਆਦਾ ਨਹੀਂ ਹੋ ਜਾਵੇਗੀ, ਦੈਟ ਵੀ ਨੀਡ ਟੂ ਗਰੀਵ। ਇਹਦੇ ਨਾਲ ਰਹਿਣਾ ਕਿਹੜਾ ਸੌਖਾ ਹੈ, ਹਰ ਰੋਜ਼ ਇੰਨੀਆਂ ਮੌਤ ਦੀਆਂ ਖਬਰਾਂ ਨਾਲ, ਇੰਨੀ ਜਾਣਕਾਰੀ ਨਾਲ ਰਹਿਣਾ ਕਿਹੜਾ ਸੌਖਾ ਹੈ। ਫਿਰ ਅਜੇ ਅੱਗੋਂ ਬਰਾਤ ਆਉਣੀ ਹੈ ਹੋਰ ਨਵੇਂ ਵਾਇਰਸਾਂ ਦੀ, ਤੇ ਪਤਾ ਨਹੀਂ ਕਿੰਨੀਆਂ ਲਾਸ਼ਾਂ, ਕੋਈ ਤੀਜੀ ਚੌਥੀ ਲਹਿਰ ਦੀਆਂ ਗੱਲਾਂ ਕਰੀ ਜਾਂਦੇ ਨੇ ਲੋਕ। ਫਿਰ ਅਸੀਂ ਕਿਵੇਂ ਰਹਾਂਗੇ, ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸਭ ਹੋਣਾ ਹੀ ਹੈ, ਅਸੀਂ ਸਭ ਕੁਝ ਨੂੰ ਇਸ ਕਦਰ ਐਬਜ਼ੌਰਬ ਕਰ ਲਿਆ ਹੈ। ਇਜ਼ ਇਟ ਪੋਸੀਬਲ ਟੂ ਲਿਵ ਵਿਦਆਊਟ ਗਰੀਫ, ਬਿਨਾਂ ਅਫਸੋਸ ਕੀਤੇ? ਨਹੀਂ, ਉਹ ਤਾਂ ਬਿਲਕੁਲ ਨਹੀਂ, ਇਹ ਨਹੀਂ ਪੋਸੀਬਲ ਨਾ। ਕਿਉਂਕਿ ਦੇਖੋ, ਇੱਕ ਤਾਂ ਗਰੀਫ ਮੇਰਾ ਖਿਆਲ ਹੈ ਕਿ ਸਾਡੀ ਇੱਕ ਐਵੋਲੂਸ਼ਨਰੀ ਬਾਇਓਲੋਜੀ ਦੀ ਰਿਕੁਆਇਰਮੈਂਟ ਵੀ ਹੈ। ਅਸੀਂ ਬੀਤ ਗਏ ਲੋਕਾਂ ਦੇ ਨਾਲ, ਟ੍ਰੈਜੇਡੀ ਦੇ ਸ਼ਿਕਾਰ ਹੋਏ ਲੋਕਾਂ ਦੇ ਨਾਲ, ਐਕਸੀਡੈਂਟ 'ਚ ਮਾਰੇ ਹੋਏ ਲੋਕਾਂ ਦੇ ਨਾਲ ਕਿਸ ਤਰ੍ਹਾਂ ਡੀਲ ਕਰੀਏ। ਕਿਉਂਕਿ ਕਮਿਊਨਿਟੀ ਸਿਰਫ ਉਹੀ ਨਹੀਂ ਹੁੰਦੀ ਜਿਨ੍ਹਾਂ 'ਚ ਅਸੀਂ ਵਿਚਰਦੇ ਹਾਂ, ਕਮਿਊਨਿਟੀ ਮਰ ਗਿਆਂ ਦੀ ਵੀ ਹੁੰਦੀ ਹੈ। ਮਤਲਬ ਪ੍ਰੇਤ ਔਰ ਜਿੰਦਾ ਲੋਕ ਅਸੀਂ ਇਕੱਠੇ ਰਹਿੰਦੇ ਹਾਂ, ਔਰ ਇਸ ਕਰਕੇ ਜਿਹੜੇ ਪੈਦਾ ਹੋਣੇ ਉਹ ਵੀ ਸਾਡੇ ਵਿੱਚ ਹੀ ਹੁੰਦੇ ਨੇ। ਤੁਸੀਂ ਕਦੇ ਵੀ ਦੇਖੋ ਕਿ ਤੁਹਾਨੂੰ ਅਕਸਰ ਮਹਿਸੂਸ ਹੋਏਗਾ ਕਿ ਜਿਹੜਾ ਬੰਦਾ ਕੋਈ 20-25 ਸਾਲ ਮਰ ਗਿਆ, ਤੁਹਾਨੂੰ ਲੱਗਦਾ ਕੋਲ ਬੈਠਾ ਹੈ। ਬਿਲਕੁਲ। ਗਰੀਵਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਜੇ ਕਹਿੰਦੇ ਨਾ ਕਿ ਪ੍ਰੇਤ ਆਤਮਾ ਨੂੰ ਕਿਰਿਆ ਕਰਨ ਤੋਂ ਬਾਅਦ ਛੱਡ ਕੇ ਆਉਣਾ, ਉਹ ਇੱਕ ਤਰ੍ਹਾਂ ਲਈ ਆਪਣੀ ਪਿਉਰੀਫਿਕੇਸ਼ਨ ਸੀ ਕਿ ਇਸ ਬੰਦੇ ਨੂੰ ਅਸੀਂ ਸਮਾਂ ਦਿੱਤਾ, ਇਹਨੂੰ ਜਿੰਨੀ ਲੋੜ ਸੀ ਹੁਣ ਇਹ ਜਾ ਸਕਦਾ।
ਸੋ ਜੇ ਅਸੀਂ ਨਹੀਂ ਕਰਾਂਗੇ ਤਾਂ ਮੇਰੇ ਖਿਆਲ ਅਸੀਂ ਇੱਕ ਤਾਂ ਆਪਣੀ ਐਵੋਲੂਸ਼ਨਰੀ ਬਾਇਓਲੋਜੀ ਨੂੰ ਬਿਟਰੇ ਕਰਾਂਗੇ, ਜਿਸ ਦੀ ਕਨਸੀਕੁਐਂਸ ਬਹੁਤ ਬੜੇ ਆ, ਬਿਮਾਰ ਹੋ ਔਰ ਮੈਮਰੀ ਨੂੰ ਜਿਹੜਾ ਡੀਲ ਕਰਨਾ ਨਾ, ਇੱਕ ਤਾਂ ਹੁੰਦੀ ਹੈ ਡੀਪ ਮੈਮਰੀ, ਉਹਨੂੰ ਪ੍ਰੋਬ ਕਰਨਾ ਜ਼ਰੂਰੀ ਹੈ, ਇੱਕ ਰਿਪਰੈਸ ਕਰਨਾ। ਅਸੀਂ ਮੇਰੇ ਖਿਆਲ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦਾ ਸਮਾਜ ਬਣਾ ਲਿਆ ਹੈ ਕਿ ਅਸੀਂ ਮੌਤ ਨੂੰ ਜ਼ਿੰਦਗੀ ਦਾ ਹਿੱਸਾ ਸਮਝਦੇ ਨਹੀਂ ਪਏ, ਬਸ ਦਬਾਈ ਜਾ ਰਹੇ, ਕਿਉਂਕਿ ਅਸੀਂ ਬਿਮਾਰ ਬੰਦੇ ਨੂੰ ਹਸਪਤਾਲ ਛੱਡ ਆਉਂਦੇ ਹਾਂ, ਡਾਕਟਰ ਡੀਲ ਕਰਦੇ ਪਏ, ਵਾਰਡ ਬॉय ਡੀਲ ਕਰਦੇ ਪਏ, ਨਰਸ ਡੀਲ ਕਰਦੀ ਪਈਆਂ, ਪਹਿਲੇ ਬੰਦਾ ਘਰ 'ਚ ਪਿਆ ਹੁੰਦਾ ਸੀ। ਹੁਣ ਤਾਂ ਲਾਸ਼ ਵੀ ਆਊਟਸੋਰਸ ਹੁੰਦੀ ਹੈ, ਬਾਹਰੋਂ ਬਾਹਰ ਚਲੀ ਜਾਂਦੀ ਹੈ। ਦੀ ਹੀਰੋਇਨ ਦਾ ਹਸਬੈਂਡ ਚਾਰਲਸ ਆਪਣੀ ਬੀਵੀ ਨੂੰ ਬੜਾ ਪਿਆਰ ਕਰਦਾ ਹੈ, 3 ਦਿਨ ਲਾਸ਼ ਪਈ ਹੋਈ ਟਕੀ ਹੋਈ ਹੈ, ਇੱਕ ਦਿਨ ਕਹਿੰਦਾ ਅੱਜ ਮੈਂ ਮੂੰਹ ਦੇਖ ਕੇ ਆਵਾਂ, ਬੜਾ ਪਿਆਰ ਕਰਦਾ, ਉਤਾਰ ਕੇ ਦੇਖਦਾ ਅੱਖਾਂ ਜਾਲੇ ਲੱਗੇ, ਅੱਖਾਂ ਨੀਲੀਆਂ ਹਰੀਆਂ ਹੋ ਗਈਆਂ, ਕਹਿੰਦਾ ਇਹ ਕੀ ਹੋਇਆ? ਉਹਨੇ ਸੋਚਿਆ ਹੀ ਨਹੀਂ ਸੀ ਕਿ ਮਰਨ ਤੋਂ ਬਾਅਦ ਬੰਦਾ ਇਦਾਂ ਦਾ ਹੁੰਦਾ। ਸੋ ਇਹ ਅਸੀਂ ਚੀਜ਼ ਟੁੱਟ ਗਏ ਨਾ ਇਹ। ਬਿਸਾਈਡਸ ਮੈਨੂੰ ਲੱਗਦਾ ਜੇ ਗਰੀਫ ਕਰਦੇ, ਗਰੀਵਿੰਗ ਦੇ ਵਿੱਚ ਅਸੀਂ ਫਿਰ ਕਾਰਨਾਂ ਤੇ ਵੀ ਜਾਂਦੇ, ਸਭ ਕੁਝ ਤੇ ਜਾਂਦੇ, ਫਿਰ ਬਹੁਤ ਔਖੇ ਸਵਾਲ ਵੀ ਪੁੱਛਦੇ, ਅਸੀਂ ਇੱਥੇ ਤੱਕ ਕਿਉਂ ਆਏ, ਇਹ ਕਿਉਂ ਚਲਾ ਗਿਆ? ਫਿਰ ਜਵਾਬ ਆਉਂਦੇ ਕਿ ਇਸ ਲਈ ਚਲਾ ਗਿਆ, ਇਸ ਲਈ ਨਹੀਂ ਕਿ ਕੋਵਿਡ ਸੀ, ਇਸ ਲਈ ਕਿ ਹਕੂਮਤਾਂ ਨੇ ਮੂੰਹ ਮੋੜ ਲਿਆ ਸੀ, ਇਸ ਲਈ ਕਿ ਅਸੀਂ ਸਮਾਜ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਸੀ ਦਿੱਤਾ, ਇਸ ਲਈ ਕਿ ਅਸੀਂ ਇੱਕ ਦੂਜੇ ਦੇ ਨਹੀਂ ਸਾਬਤ ਹੋਏ, ਇਸ ਲਈ ਕਿ ਅਸੀਂ ਕਮਿਊਨਿਟੀਜ਼ ਨਹੀਂ ਬਣਾਈਆਂ, ਇਸ ਲਈ ਕਿ ਅਸੀਂ ਸਾਂਝੇ ਸੱਥਰਾਂ ਤੇ ਨਹੀਂ ਬੈਠੇ, ਅਸੀਂ ਸਾਂਝੀਆਂ ਫੂੜੀਆਂ ਨਹੀਂ ਵਿਛਾਈਆਂ, ਅਸੀਂ ਸਾਂਝੇ ਦੁਹੱਤੜ ਮਾਰ ਨਹੀਂ ਪਿੱਟੇ ਇੱਕ ਦੂਜੇ ਲਈ। ਇਹ ਸਾਰਾ ਕੁਝ ਇਟਸ ਅ ਵਿਸ਼ੀਅਸ ਸਾਈਕਲ ਨਾ, ਇਹ ਵੀ ਤਾਂ ਬੜਾ ਜ਼ਹਿਰੀਲਾ ਸਰਕਲ ਹੈ ਨਾ। ਹਮ ਤੁਸੀਂ ਕਹਿਣਾ ਚਾਹ ਰਹੇ ਸੀ, ਮੈਂ ਇਸੇ ਲਈ ਰੁਕ ਗਿਆ। ਅੱਛਾ, ਮੈਂ ਇਹ ਗੱਲ ਕਰਨ ਲੱਗਿਆ ਸੀ ਕਿ ਜਿਹੜਾ ਤੁਸੀਂ ਕਿਹਾ ਨਾ ਕਿ ਅਸੀਂ ਸਾਂਝੇ ਸੱਥੜ ਨਹੀਂ ਵਿਛਾਏ, ਕੁਛ ਇਹ ਵੀ ਹੋਇਆ ਹੈ ਕਿ ਸਾਡਾ ਜਿਹੜਾ ਸੱਥਰ ਹੈ ਉਹਦੀ ਸਪੇਸ ਵੀ ਬਦਲ ਗਈ ਹੋਈ ਹੈ। ਅਸੀਂ ਕੋਲ ਬਹਿੰਦੇ ਆ, ਦੁੱਖ ਕਰਦੇ ਆ, ਇੱਕ ਤਰੀਕਾ ਇਹ ਹੈ ਜੀ, ਲੇਕਿਨ ਹੁਣ ਸਾਨੂੰ ਜਦੋਂ ਦੂਰ ਰਹਿਣਾ ਪਿਆ ਤਾਂ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਕਿ ਜਿਹੜੀ ਡਾਕਟਰ ਸਾਹਿਬ ਨੇ ਕਹੀ ਹੈ ਉਹ ਬਹੁਤ ਜ਼ਿਆਦਾ ਸਹੀ ਹੈ ਕਿ ਸਾਡਾ ਮੁਰਦੇ ਨਾਲ ਇੱਕ ਜਿਹੜਾ ਸੰਬੰਧ ਸੀ ਨਾ ਮਰੇ ਹੋਏ ਬੰਦੇ ਨਾਲ, ਉਹ ਹੁੰਦਾ ਸੀ ਜਿਹੜਾ ਅਸੀਂ ਕਹਿੰਦੇ ਆ ਕਿ ਭਾਈ ਰੋਕ ਲਓ, ਉਹਨੇ ਆਉਣਾ ਹੈ, ਉਹ ਮੂੰਹ ਦੇਖ ਲਵੇ। ਬਿਲਕੁਲ ਬਿਲਕੁਲ, ਉਸ ਮੂੰਹ ਦੇਖਣ ਨੇ ਉਹਨੂੰ ਉਹਦੇ ਨਾਲ ਜੋੜਨਾ ਹੈ। ਡੋਲ ਇਤਰ ਮੇਰੀ ਜ਼ੁਲਫੀ ਮੈਨੂੰ ਲੈ ਚੱਲੋ ਕਬਰਾਂ ਵੱਲੇ, ਤੇ ਖੋਰੇ ਭੂਤ ਪੁਤਾਨੇ ਹੀ ਬਣ ਚੰਬੜ ਜਾਵਣ ਹਾਣੀ ਨਹੀਂ। ਹੁਣ ਉਹ ਜਿਹੜਾ ਮੂੰਹ ਦੇਖਣ ਦਾ ਕਨਸੈਪਟ ਉਹ ਸਾਨੂੰ ਉਸ ਗੱਲ ਦੇ ਨਾਲ ਜ਼ਿਆਦਾ ਜੋੜਦਾ, ਜ਼ਿਆਦਾ ਗਹਿਰਾ ਕਰਦਾ ਹੈ। ਤੇ ਹੁਣ ਸਾਡਾ ਜਿਹੜਾ ਪਹਿਲੀ ਗੱਲ, ਅਸੀਂ ਉੱਥੇ ਨਹੀਂ ਜਾ ਸਕਦੇ ਜਿੱਥੇ ਉਹਨੂੰ ਦਾਗ ਦਿੱਤਾ ਜਾਣਾ, ਅਸੀਂ ਬੰਦੇ ਦਾ ਮੂੰਹ ਦੇਖਣਾ। ਦੈਟ ਇਜ਼ ਵਨ ਥਿੰਗ। ਮੈਂ ਜਿਹੜੀ ਗ੍ਰੀਫ ਦੀ ਐਬਸੈਂਸ ਹੈ, ਜ਼ਰੂਰੀ ਨਹੀਂ ਕਿ ਫਿਜ਼ੀਕਲ ਹੋਵੇ, ਮੈਂ ਕਹਿੰਦਾ ਜੀ ਚਾਹੇ ਆਨਲਾਈਨ ਹੋਵੇ, ਕਿਤੇ ਵੀ ਹੋਵੇ, ਉਹ ਵੀ ਨਾ ਹੋਵੇ। ਮੈਂ ਆਪਣੇ ਨੇਤਾ ਬਾਰੇ ਸੋਚਦਾ ਕਿ ਮੇਰੇ ਨੇਤਾ ਨੂੰ ਕੋਈ ਦੁੱਖ ਨਹੀਂ ਹੈ, ਮੈਨੂੰ ਇਹਦੇ ਚਿਹਰੇ ਤੇ ਗ੍ਰੀਫ ਨਹੀਂ ਦਿਖਾਈ ਦਿੰਦਾ, ਮੇਰਾ ਮੁੱਖ ਮੰਤਰੀ ਨਹੀਂ ਕਿਧਰੇ ਜਾ ਕੇ ਕਿਸੇ ਸੋਗ ਵਿੱਚ ਸ਼ਾਮਲ ਹੋ ਰਿਹਾ, ਉਹ ਆਪਣੇ ਘਰ, ਉਹਨਾਂ ਦੀ ਗੱਲਬਾਤ 'ਚ, ਉਹਨਾਂ ਦੀ ਟੋਨੈਲਿਟੀ 'ਚੋਂ, ਤੁਸੀਂ ਟੋਨ ਦੀ ਗੱਲ ਕੀਤੀ ਹੈ, ਟੋਨ ਦੇ ਵਿੱਚੋਂ ਮੈਨੂੰ ਦੁੱਖ ਨਹੀਂ ਝਲਕ ਰਿਹਾ। ਨੇਤਾ ਸੋਚਦਾ ਹੈ ਮੇਰੇ ਕਹੇ ਬਿਨਾਂ ਤਾਂ ਪੱਤਾ ਵੀ ਨਹੀਂ ਹਿਲ ਸਕਦਾ, ਪਰ ਮੈਂ ਅੰਦਰੋਂ ਦੁਖੀ ਤਾਂ ਨੇਤਾ ਦੇ ਕਹੇ ਬਿਨਾਂ ਹੋ ਸਕਦਾ, ਉਹਦੇ ਤੇ ਮੇਰਾ ਰਾਜ ਚੱਲਦਾ। ਮੈਂ ਅੰਦਰੋਂ ਕੀ ਇਹ ਜਿਹੜੀਆਂ ਭੀੜਾਂ ਸਾਨੂੰ ਆਪਣੇ ਆਲੇ ਦੁਆਲੇ ਦਿਸਦੀਆਂ ਨੇ, ਸਾਡਾ ਜਿਹੜਾ ਚਿਹਰਾ ਇਸ ਵੇਲੇ ਬਾਹਰ ਸੜਕਾਂ ਤੇ ਦਿਖਾਈ ਦੇ ਰਿਹਾ ਹੈ, ਕਿ ਸਾਡੇ ਇੰਡੀਵਿਜੂਅਲ ਦੇ ਅੰਦਰ, ਈਵਨ ਇਫ ਯੂ ਸੇ ਕਿ ਸੋਗ ਇੰਡੀਵਿਜੂਅਲ ਹੈ, ਕਿ ਇੰਡੀਵਿਜੂਅਲੀ ਅਸੀਂ ਸੋਗਵਾਰ ਹਾਂ, ਕਿ ਇੰਡੀਵਿਜੂਅਲੀ ਅਸੀਂ ਕਿਸੇ ਦੁੱਖ ਵਿੱਚੋਂ ਨਿਕਲ ਰਹੇ ਹਾਂ। ਆਈ ਐਮ ਨਾਟ ਸੇਇੰਗ ਕਿ ਇਹਦਾ ਰੋ ਪਿੱਟ ਕੇ ਮੁਜ਼ਾਹਰਾ ਕਰਨਾ, ਆਈ ਐਮ ਨਾਟ ਸੇਇੰਗ ਕਿ ਤੁਸੀਂ ਕਿਸਾਨ ਮੋਰਚੇ ਤੇ ਟਰਾਲੀ 'ਚ ਬੈਠ ਕੇ ਨਾ ਜਾਓ, ਪਰ ਕੀ ਤੁਸੀਂ ਸੋਗ ਦੇ ਭਰੇ ਹੋ? ਤੁਹਾਡੇ ਸੋਗ ਦੇ ਵਿੱਚੋਂ ਗੁੱਸਾ ਵੀ ਆਵੇ, ਵਲਵਲਾ ਵੀ ਆਵੇ, ਰੈਜ਼ੋਲੂਸ਼ਨ ਵੀ ਆਵੇ, ਲੜਨ ਦਾ ਜਜ਼ਬਾ ਵੀ ਆਵੇ, ਬਟ ਇਜ਼ ਗ੍ਰੀਫ ਦੇਅਰ? ਕੀ ਸੋਗ ਉੱਥੇ ਹੈ? ਦੈਟ ਵਾਸ ਮਾਈ ਕੁਐਸਚਨ। ਮੈਂ ਨਾ ਉਹੀ ਗੱਲ ਕਰ ਰਿਹਾ ਸੀ ਕਿ ਉਹ ਸਪੇਸ ਹੈ ਜਿਹੜੀ, ਉਹ ਸਾਡੀ ਮਤਲਬ ਫੋਨ ਨੇ ਲੈ ਲਈ, ਟੈਲੀਵਿਜ਼ਨ ਦਾ ਮਾਧਿਅਮ ਦੀ ਇੱਕ ਪ੍ਰੋਬਲਮ ਹੈਗੀ ਹੈ, ਉਹ ਸਪੇਸ ਫੋਨ ਨੇ ਲਈ ਹੈ, ਤੇ ਸਾਡੀ ਗੱਲਬਾਤ 'ਚ ਰੁਕਾਵਟ ਟੀਵੀ ਦੀ ਨੀਡ ਪੈ ਰਹੀ ਹੈ। ਪਰ ਅਸੀਂ ਠੀਕ ਇੱਥੋਂ ਹੀ ਇਸੇ ਜਿਹੜੇ ਧਾਗੇ ਨੂੰ ਸੋਚਦੇ ਇੱਥੋਂ ਹੀ ਪਿਕਅਪ ਕਰਾਂਗੇ। ਇਹ ਗੁੰਝਲ ਇਹਨਾਂ ਨੇ ਸੁਲਝਾਣੀ ਹੈ, ਇਸ ਕਰਕੇ ਇਹ ਹੁਣ ਦਾ ਪਿੰਨਾ ਅਸੀਂ ਬਹੁਤਾ ਦੂਰ ਨਹੀਂ ਰਹਿਣ ਦਿੰਦੇ। ਛੇਤੀ ਵਾਪਸ ਆ ਕੇ ਮਿਲਦੇ ਹਾਂ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਅਸੀਂ ਚਰਚਾ ਕਰ ਰਹੇ ਹਾਂ ਸਮਾਜ ਦੇ ਵਿੱਚੋਂ ਸੋਗ ਦੀ ਅਣਹੋਂਦ ਬਾਰੇ, ਇਹਦੀਆਂ ਲੇਅਰਸ ਬਾਰੇ, ਕਿ ਕਿੱਥੋਂ ਇਹ ਅਜਿਹੀ ਅਣਹੋਂਦ ਆਉਂਦੀ ਹੈ। ਜਦੋਂ ਇੰਨੀਆਂ ਮੌਤਾਂ ਹੋ ਗਈਆਂ ਤਾਂ ਜ਼ਾਹਿਰ ਹੈ ਸੋਗਵਾਰ ਹੋਣਾ ਤਾਂ ਇੱਕ ਕੁਦਰਤੀ ਵਰਤਾਰਾ ਹੋਣਾ ਚਾਹੀਦਾ ਸੀ। ਤੇ ਬਲਵਿੰਦਰ ਜੀ ਨਾਲ ਗੱਲ ਕਰ ਰਹੇ ਸੀ, ਬਲਵਿੰਦਰ ਗਰੇਵਾਲ ਪੰਜਾਬ ਦੇ ਅਜ਼ੀਮ ਕਹਾਣੀਕਾਰਾਂ ਵਿੱਚੋਂ। ਬਲਵਿੰਦਰ ਜੀ, ਜਿਸ ਵੇਲੇ ਸਟਾਰਟ ਹੋਇਆ ਸੀ ਕੋਵਿਡ, ਤਾਂ ਸਾਡੀ ਇਨੀਸ਼ੀਅਲ ਅੰਡਰਸਟੈਂਡਿੰਗ ਇਹ ਸੀ, ਉਸ ਵੇਲੇ ਡਰ ਵੀ ਬੜਾ ਸੀ, ਪੜ੍ਹ ਵੀ ਬਹੁਤ ਰਹੇ ਸੀ, ਹਰ ਵਿਅਕਤੀ ਕੋ ਜੋ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਆਲਮੋਸਟ ਇੱਦਾਂ ਲੱਗ ਰਿਹਾ ਸੀ ਕਿ ਮੌਤਾਂ ਦਾ ਇੱਕ ਤੂਫਾਨ ਆ ਰਿਹਾ ਤੇ ਲਾਸ਼ਾਂ ਵਿਛਦੀਆਂ ਚਲੀਆਂ ਜਾਣਗੀਆਂ।
ਤੇ ਸਾਨੂੰ ਇਹ ਸੀ ਕਿ ਠੀਕ ਹੈ ਬਹੁਤ ਲਾਸ਼ਾਂ ਵਿੱਚ ਜਾਣਗੀਆਂ, ਪਰ ਜਿਹੜੇ ਬਚਣਗੇ ਨਾ ਉਹ ਮਾਂ ਦੇ ਲਾਲ ਫਿਰ ਨਿਤਰਨਗੇ, ਉਹ ਫਿਰ ਮਨੁੱਖ ਹੀ ਹੋਰ ਹੋਣਗੇ। ਜਦ ਮੈਂ ਇੰਨੀਆਂ ਮੌਤਾਂ ਚੋਂ ਇੰਨੇ ਦੁੱਖ ਵਿੱਚੋਂ ਨਿਕਲ ਆਵਾਂਗਾ, ਆਈ ਵਿਲ ਨਾਟ ਬੀ ਮੀ, ਮੈਂ ਇਹੋ ਜਿਹਾ ਨਹੀਂ ਹੋਵਾਂਗਾ ਨਾ, ਮੇਰਾ ਗੁਆਂਢੀ ਨਾਲੇ ਰਿਸ਼ਤਾ ਹੀ ਨਹੀਂ ਹੋਵੇਗਾ, ਮੈਂ ਇਸ ਤਰ੍ਹਾਂ ਦਾ ਐਂਕਰ ਹੀ ਨਹੀਂ ਹੋਵਾਂਗਾ, ਮੈਂ ਉਹ ਗੱਲਾਂ ਹੀ ਨਹੀਂ ਕਰਾਂਗਾ, ਮੈਂ ਪਤਾ ਨਹੀਂ ਕਿਹੜੀ ਸੋਚ ਨਾਲ ਹੋਵਾਂਗਾ। ਪਰ ਅਸੀਂ ਅਣਛੂਏ ਜਿਹੇ ਹੀ ਆ ਗਏ ਆ ਤੇ ਉਹੀ ਰਹਿ ਗਏ। ਦੈਟ ਇਜ਼ ਵਾਈ ਆਈ ਵਾਸ ਆਸਕਿੰਗ। ਨਹੀਂ, ਮੈਨੂੰ ਨਹੀਂ ਇਹ ਲੱਗਦਾ ਕਿ ਅਸੀਂ ਅਣਛੂਹੇ ਆ ਗਏ ਤੇ ਅਣਛੂਹੇ ਰਹਾਂਗੇ। ਓਕੇ, ਕਿਉਂਕਿ ਮੈਂ ਜਿੱਥੇ ਗੱਲ ਛੱਡੀ ਸੀ ਜੀ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋਈਆਂ, ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਮੇਰੇ ਮਿੱਤਰ ਦੀ ਵਾਈਫ ਦੀ ਡੈਥ ਹੋ ਗਈ। ਤਾਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਲਗਭਗ ਹਰ ਰੋਜ਼ ਗੱਲ ਨਾ ਕੀਤੀ ਹੋਵੇ ਉਸ ਦੁੱਖ ਦੀ ਫੋਨ ਤੇ, ਉਹਦਾ ਵੀ ਫੋਨ ਕਰਨ ਲਈ, ਤੇ ਬਲਕਿ ਕੱਲ ਹੀ ਮੈਂ ਉਹਨੂੰ ਕਹਿ ਕੇ ਹਟਿਆ ਵੀ ਤੂੰ ਯਾਰ ਆ ਕਿਸੇ ਦਿਨ, ਆਪਾਂ ਤੇ ਨਾ ਉਨੀਆਂ ਗੱਲਾਂ ਹੋਈਆਂ ਨਹੀਂ ਜਿੰਨੀ ਉਹ ਲੇਡੀ ਡਿਜ਼ਰਵ ਕਰਦੀ ਸੀ। ਤੁਹਾਨੂੰ ਪਤਾ ਨਾ ਲੇਖਕ ਤੇ ਸਮਾਜ ਅੱਜਕੱਲ ਦੋ ਵੱਖ-ਵੱਖ ਚੀਜ਼ਾਂ ਹੋ ਗਈਆਂ ਹੋਈਆਂ ਨੇ, ਸੋ ਯੂ ਆਰ ਨਾਟ ਅ ਵੈਰੀ ਟਿਪੀਕਲ ਐਗਜ਼ਾਮਪਲ ਆਫ ਕਿ ਘਰਾਂ ਵਿੱਚ ਕੀ ਗੱਲ ਹੋ ਰਹੀ ਹੈ, ਮੈਨੂੰ ਲੱਗਦਾ ਲੋਕ ਕੀ ਗੱਲ ਕਰ ਰਹੇ ਨੇ। ਲੋਕ ਇੰਡੀਵਿਜੂਅਲੀ ਨਾ, ਜਿਵੇਂ ਆਪਾਂ ਕਹਿੰਦੇ ਕਿ ਗ੍ਰੀਫ ਇੰਡੀਵਿਜੂਅਲ ਹੈ, ਤਾਂ ਇੰਡੀਵਿਜੂਅਲੀ ਲੋਕ ਉਸ ਸੋਗ 'ਚ ਹੈਗੇ ਤੇ ਉਹਨੂੰ ਉਸ ਤਰ੍ਹਾਂ ਨਜਿੱਠ ਵੀ ਰਹੇ ਨੇ। ਤੇ ਜਿਹੜਾ ਸੜਕਾਂ ਤੇ ਕਰਸਟ ਹੈਗਾ ਨਾ, ਤੁਸੀਂ ਕਹਿ ਰਹੇ ਜਿੱਦਾਂ ਬੜਾ ਥਿਨ ਕਰਸਟ ਹੈ ਕਿ ਜੇ ਤੁਸੀਂ ਥੋੜੀ ਜਿਹੀ ਕੋਈ ਸੂਈ ਮਾਰ ਕੇ ਦੇਖੋ ਤਾਂ ਉਹ ਜਵਾਲਾ ਥੱਲੇ ਤਾਂ ਪਿਆ, ਜਵਾਲਾਮੁਖੀ ਦਾ ਥੱਲੇ ਪਿਆ। ਮੈਂ ਇਹੀ ਕਹਿ ਰਿਹਾ ਕਿ ਉਹ ਕਰਸਟ ਕਿਉਂ ਨਹੀਂ ਟੁੱਟ ਰਹੀ ਨਾ, ਦੈਟ ਇਜ਼ ਐਗਜ਼ੈਕਟਲੀ ਵਾਟ ਆਈ ਐਮ ਸੇਇੰਗ। ਓਪਰਚੁਨਿਟੀਜ਼ ਨਹੀਂ, ਅਜੇ ਲਹਿਰ ਨਹੀਂ ਟੁੱਟੀ, ਓਪਰਚੁਨਿਟੀਜ਼ ਨਹੀਂ। ਜਦੋਂ ਕਰੋਨਾ ਦੀ ਲਹਿਰ ਟੁੱਟੀ ਤਾਂ ਉਹ ਕਰਸਟ ਵੀ ਟੁੱਟੂਗੀ। ਪੋਲੀਟੀਸ਼ੀਅਨ ਤੁਹਾਨੂੰ ਸਾਥ ਅਜੇ ਤਾਂ ਅਸੀਂ ਆਪ ਡਰੇ ਹੋਏ ਹਾਂ। ਪੋਲੀਟੀਸ਼ੀਅਨ ਨੂੰ ਮੇਰੇ ਖਿਆਲ ਜ਼ਿਆਦਾ ਇੰਪੋਰਟੈਂਸ ਵੀ ਹੁੰਦੀ ਹੈ। he is continuously providing the circus ਨਾ, ਕਿਉਂਕਿ ਤਮਾਸ਼ਾ ਲਗਾਤਾਰ ਸ਼ਾਇਦ ਸਾਨੂੰ ਮੀਡੀਆ ਤੋਂ ਤਮਾਸ਼ਾ ਦਿਨ ਰਾਤ ਮੇਰੇ ਆਗੇ ਤੋਂ ਰੋਵਾਂ ਕਦੋਂ ਮੈਂ। ਜਿਹੜੀ ਗਰੇਵਾਲ ਸਾਹਿਬ ਗੱਲ ਕਰਦੇ ਨਾ ਕਿ ਦੋਸਤ ਨਾਲ ਲਗਾਤਾਰ ਗੱਲਬਾਤ ਹੋਣੀ, ਮੇਰੇ ਖਿਆਲ ਇਹਦੀ ਜ਼ਿਆਦਾ ਲੋੜ ਹੈ। ਅਸੀਂ ਪੋਲੀਟਿਕਸ ਨੂੰ ਪਿੱਛੇ ਕਰੀਏ, ਮੀਡੀਆ ਨੂੰ ਪਿੱਛੇ ਕਰੀਏ, ਅਸੀਂ ਇਨਸਾਨ ਦੇ ਤੌਰ ਤੇ ਇਨਸਾਨ ਨਾਲ ਗੱਲ ਕਰੀਏ। ਮੰਨ ਲਓ ਸਾਡੀ ਛੋਟੀ ਜਿਹੀ ਗੱਲ ਮੈਂ ਕਹਿਣੀ ਸ਼ੋਰ ਸਰ ਕਿ ਮੈਂ ਆਪਣੇ ਪਿੰਡ ਦੀ ਜੇ ਐਗਜ਼ਾਮਪਲ ਲਵਾਂ ਤੇ ਆਲੇ ਦਾਲੇ ਦੀਆਂ ਵੀ, ਉਹਦੇ 'ਚ ਨਾ ਇਹ ਦੋ ਬੜੀਆਂ ਕੰਟਰਾਡਿਕਟਰੀ ਗੱਲਾਂ ਵਾਪਰੀਆਂ। ਪਹਿਲੀ ਗੱਲ ਕਿ ਪਿੰਡ ਜਿੰਨਾ ਕੋਵਿਡ ਨੇ ਯੂਨਾਈਟ ਕੀਤਾ, ਇੰਨਾ ਲੰਮੇ ਸਮੇਂ ਤੋਂ ਪਿੰਡ ਯੂਨਾਈਟ ਹੈ ਨਹੀਂ ਸੀ। ਕੋਵਿਡ ਨੇ ਵੀ, ਕੋਲ ਨੇ ਵੀ, ਕਿਸਾਨੀ ਵਾਲੇ ਕੋਲ ਨੇ ਵੀ ਬਹੁਤ ਯੂਨਾਈਟ ਹਾਲੇ ਆਪਾਂ ਮਤਲਬ ਆਪਾਂ ਕਿਉਂਕਿ ਕੋਵਿਡ ਦੀ ਗੱਲ ਕਰਦੇ ਆ, ਇਹ ਬਾਈ ਚਾਂਸ ਇਕੱਠੀਆਂ ਆ ਗਈਆਂ ਗੱਲਾਂ, ਇਸ ਲਈ ਇਹ ਡਬਲ ਹੋ ਗਈ ਗੱਲ। ਇਹ ਦੋਨੋਂ ਚੀਜ਼ਾਂ ਮਿਲੀਆਂ ਵੀ ਨੇ। ਜਿਹੜੇ ਸਿੰਘੂ ਬਾਰਡਰ ਤੇ ਗਏ ਨੇ, ਜੋ ਕੋਲ ਕਰ ਰਹੇ ਨੇ, ਉਹ ਇੱਕ ਤਾਂ ਸਰਕਾਰ ਖਿਲਾਫ ਕਰ ਰਹੇ ਨੇ, ਉਹ ਕੋਵਿਡ ਸਾਹਮਣੇ ਡੇਲੇ ਕੱਢ ਕੇ ਉਹਨਾਂ ਨੂੰ ਦੇਖ ਰਿਹਾ, ਵੱਢ ਸਕਦਾ, ਮਾਰ ਸਕਦਾ, ਜੋ ਕਰ ਰਹੇ ਨੇ ਕੋਲ, ਉਹ ਵੀ ਕਰ ਰਹੇ, ਉਹ ਤਾਂ ਸਲਾਮਾਂ ਨੂੰ। ਤਾਂ ਮੈਂ ਦੱਸਦਾ ਕਿ ਜਿਉਂ ਹੀ ਲੋਕਡਾਊਨ ਦੀ ਖਬਰ ਆਈ ਤਾਂ ਜਿਹੜੀ ਸਭ ਤੋਂ ਪਹਿਲੀਆਂ ਗੱਲਾਂ ਲੋਕਾਂ ਨੇ ਕੀਤੀਆਂ ਉਹ ਦੋ ਸੀ, ਤੇ ਦੋਏ ਮਤਲਬ ਆਪਸ ਵਿੱਚ ਮਿਲਦੀਆਂ ਨਹੀਂ ਹੈਗੀਆਂ। ਪਹਿਲਾਂ ਤਾਂ ਇਹ ਕਰਤਾ ਕਿ ਭਾਈ ਸਾਡੇ ਪਿੰਡ 'ਚ ਨਾ ਕੋਈ ਆਵੇ, ਬੰਨ ਤੇ ਪਿੰਡ ਬੰਨਿਆਂ ਤੇ ਖੜ ਕੇ ਲੋਕ। ਲੇਕਿਨ ਨਾਲ ਦੀ ਨਾਲ ਹੀ ਗੱਲ ਇਹ ਕੀਤੀ ਕਿ ਬੰਦਿਆਂ ਨੇ ਇੱਕ ਦੂਜੇ ਨੂੰ ਫੋਨ ਕੀਤਾ ਕਿ ਭਾਈ ਉਹ ਬੰਦਿਆਂ ਦੀ ਲਿਸਟ ਬਣਾਓ। ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦਾ ਕਿ ਸਾਡੇ ਨੌਜਵਾਨਾਂ ਨੇ ਇਹ ਕੀਤਾ ਕਿ ਲਿਸਟ ਬਣਾਓ ਉਹ ਬੰਦਿਆਂ ਦੀ ਜਿਨ੍ਹਾਂ ਨੂੰ ਖਾਣ ਪੀਣ ਦੀ ਕਿਸੇ ਵੀ ਚੀਜ਼ ਦੀ ਜਾਂ ਦਵਾਈ ਬੂਟੀ ਦੀ ਸਮੱਸਿਆ ਆ ਸਕਦੀ ਹੈ। ਉਹ ਜੋ ਸਰਕਾਰ ਮਿਸਿੰਗ ਸੀ ਤਾਂ ਲੋਕਾਂ ਨੇ ਜਗ੍ਹਾ ਭਰੀ। ਤਾਂ ਮੈਂ ਸਮਝਦਾ ਕਿ ਜਦੋਂ ਬਿਲਕੁਲ ਇਹੀ ਮੈਂ ਕਹਿਣ ਲੱਗਿਆ ਕਿ ਜਦੋਂ ਸਿਸਟਮ ਬਾਹਰਲਾ ਮਿਸਿੰਗ ਹੋ ਗਿਆ ਤਾਂ ਲੋਕ ਇਸ ਗੱਲ ਨਾਲ ਵੀ ਜ਼ਿਆਦਾ ਰੁੱਝ ਕੇ ਨਜਿੱਠਣ ਚ ਚਲੇ ਗਏ। ਗ੍ਰੀਫ ਹੈਜ਼ ਟੂ ਬੀ ਪਬਲਿਕ। ਇੰਡੀਵਿਜੂਅਲ ਗ੍ਰੀਫ ਦੀ ਉਹ ਜਗ੍ਹਾ ਅਲੱਗ ਹੈ ਇੰਡੀਵਿਜੂਅਲ ਗ੍ਰੀਫ ਦੀ। ਮੇਰਾ ਵਰਲਡ ਵਾਰ 1 ਤੋਂ ਗ੍ਰੀਫ ਦੀਆਂ ਕਹਾਣੀਆਂ ਭਰੀਆਂ ਪਈਆਂ ਨੇ, ਫਿਲਮਾਂ ਥੀਏਟਰ ਭਰੇ ਪਏ ਨੇ। ਸਵਰਾਜਬੀਰ ਹੋਰਾਂ ਦਾ ਪਲੇ ਹੈ ਜਿਹੜਾ ਪੁਲ ਸੇ ਰਾਤ, ਉਹ ਕੀ ਹੈ ਮਤਲਬ ਜਿਹੜਾ ਅਸੀਂ ਉਹ ਅਸਲ 'ਚ ਬਹੁਤ ਸਮਾਂ ਉਹ ਰੋਣਾ ਰੋਇਆ ਨਹੀਂ ਸੀ, ਉਹ ਅਥਰੂ ਕਿਰੇ ਨਹੀਂ ਸਨ। ਜਿਹੜਾ ਸਵਰਾਜਬੀਰ ਦੀਆਂ ਲਾਈਨਾਂ ਹੈ ਵੀ ਇਹ 84 ਵੀ 47 ਹੈ ਤਾਂ 47 ਵੀ 84 ਹੈ, ਇਹ ਕੱਢ ਕੇ ਲਿਆ ਦਿੰਦਾ। ਜਿਹੜੀ ਕੁਲਵੰਤ ਵਿਰਕ ਦੀ ਕਹਾਣੀ ਹੈ ਧਰਤੀ ਹੇਠਲਾ ਬਲਦ, ਉਹ ਕਹਾਣੀ ਖਤਮ ਹੋ ਜਾਂਦੀ ਤਾਂ ਉਸ ਤੋਂ ਬਾਅਦ ਸੋਗ ਕਰਨ ਦੀ ਵਾਰੀ ਤੁਹਾਡੀ ਹੈ। ਤਾਂ ਸਾਲਾਂ ਤੱਕ ਤੁਸੀਂ ਸੋਗ ਕਰਦੇ ਹੋ ਕਿ ਸਾਡੇ ਮਨੁੱਖਾਂ ਨੇ ਆਪਣੇ ਮੋਢਿਆਂ ਤੇ ਚੱਲਿਆ ਕੀ ਹੈ। ਸੋ ਉਹ ਜਿਹੜਾ ਸੋਗ ਹੈ, ਜਿਹੜੀ ਪਬਲਿਕ ਗ੍ਰੀਫ ਹੈ, ਇਹਦੀ ਇੱਕ ਵੈਲਿਊ ਹੈ ਤੇ ਉਹ ਮਿਸਿੰਗ ਹੈ। ਉਹ ਪੋਲੀਟੀਸ਼ੀਅਨ ਤੋਂ ਵੀ ਆਉਣਾ ਚਾਹੀਦਾ ਸੀ, ਉਹ ਸੋਸਾਇਟੀ ਤੇ ਵੀ ਆਉਣਾ ਚਾਹੀਦਾ ਸੀ, ਉਹ ਜਨਤਕ ਪਿੜ ਵਿੱਚ ਹੋਣਾ ਚਾਹੀਦਾ ਸੀ। ਮੈਂ ਉਸ ਮਿਸਿੰਗ ਗ੍ਰੀਫ ਬਾਰੇ ਪੁੱਛ ਰਿਹਾ ਕਿਉਂਕਿ ਮੈਨੂੰ ਦਿਸਦਾ ਕੀ ਹੈ, ਮੈਨੂੰ ਦਿਸਦੀਆਂ ਤਾਂ ਹੈਡਲਾਈਨਾਂ ਨੇ ਨਾ, ਮੈਨੂੰ ਦਿਸਦਾ ਤੇ ਡਿਬੇਟ ਹੈ ਟੀਵੀ ਦੇ ਉੱਤੇ, ਮੈਨੂੰ ਤਾਂ ਅਖਬਾਰਾਂ ਦੀਆਂ ਹੈਡਲਾਈਨਾਂ ਦਿਸਦੀਆਂ, ਮੈਨੂੰ ਫੇਸਬੁੱਕ ਟਵਿੱਟਰ ਦੇ ਉੱਤੇ ਦਿਸਦਾ, ਤੇ ਉੱਥੇ ਮੈਨੂੰ ਜਾਪਦਾ ਨਹੀਂ ਕਿ ਇਹ ਉਹ ਮਨੁੱਖ ਨੇ ਜਿਨ੍ਹਾਂ ਦੇ ਘਰ ਮੌਤ ਹੋਈ ਹੋਵੇ। ਅਸੀਂ ਕਿਸੇ ਘਰੋਂ ਲੰਘੀਏ ਅੰਦਰੋਂ ਹਾਸਾ ਆਉਂਦਾ ਹੋਵੇ, ਲੱਗਦਾ ਨਹੀਂ ਨਾ ਕਿ ਇਹਨਾਂ ਦੇ ਘਰ ਮੌਤ ਹੋਈ ਹੋਵੇ। ਤੁਹਾਨੂੰ ਜਾਪਦਾ ਕਿ ਸਾਡੇ ਘਰ ਹੀ ਮੌਤ ਹੋਈ ਹੈ। ਦੇਖੋ ਬਹੁਤ ਸਾਰੇ ਲੋਕ ਰਾਜਨੀਤੀ ਤੋਂ ਔਰ ਮੀਡੀਆ ਤੋਂ
ਵਿਡਰਾਅ ਕਰ ਗਏ। ਦੈਟ ਇਜ਼ ਕੋਵਿਡ ਦੇ ਦੌਰਾਨ ਇੰਨੀ ਬੁਰੀ ਤਰ੍ਹਾਂ ਕਰ ਗਏ ਕਿ ਉਹ ਫੇਸਬੁੱਕ ਦਾ ਫੇਸ ਨਹੀਂ ਦੇਖਣਾ ਚਾਹੁੰਦੇ। ਤੁਹਾਨੂੰ ਆਪ ਲੱਗਦਾ ਕਿ ਜਿਸ ਜ਼ਿੰਦਗੀ 'ਚ ਅਸੀਂ ਲੰਘਦੇ ਪਏ ਆ ਇਹ ਉਹਨੂੰ ਰਿਫਲੈਕਟ ਨਹੀਂ ਕਰਦੀ। ਮਤਲਬ ਇੱਕ ਤਰ੍ਹਾਂ ਦੀ ਇਹਨੇ ਇੱਕ ਆਲਟਰਨੇਟ ਰਿਐਲਿਟੀ ਬਣਾ ਦਿੱਤੀ ਹੈ ਔਰ ਉਹ ਫਾਲਸ ਰਿਐਲਿਟੀ ਇਹ ਜ਼ਾਹਿਰ ਹੋ ਗਿਆ ਹੈ। ਤੁਸੀਂ ਮਤਲਬ ਮੈਂ ਡਿਜ਼ਰਵਿੰਗਲੀ ਸੋ ਮੈਂ ਸਾਲ ਵਿੱਚ ਸੋਚਦਾ ਹੁੰਦਾ ਸੀ ਕਿ ਇੱਕ ਦੋ ਬੰਦੇ ਸੀ ਜਾਣਦੇ ਮਰ ਗਏ, ਵਿੱਚ ਤਾਂ ਹੁਣ ਇਹ ਹੋਇਆ ਕਿ ਹਰ ਰੋਜ਼ 2 ਦਿਨ ਮੌਤਾਂ ਹੁੰਦੀਆਂ ਸੀ। ਤੁਹਾਡੇ ਦੋਸਤ ਆ, ਦੋਸਤਾਂ ਦੇ ਦੋਸਤ ਆ, ਕਿਸੇ ਦਾ ਰਿਸ਼ਤੇਦਾਰ ਆ, ਕਿਸੇ ਦਾ ਜਵਾਨ ਬੱਚਾ ਚਲਾ ਗਿਆ, ਕੁਝ ਹੋ ਗਿਆ। ਜਦੋਂ ਕੋਵਿਡ ਸ਼ੁਰੂ ਹੋਇਆ ਮੇਰੇ ਜੀ ਪਰਿਚਿਤਾਂ ਦੇ ਵਿੱਚ ਇੱਕ ਜਵਾਨ ਮੁੰਡਾ ਮਰਿਆ, ਚੰਡੀਗੜ੍ਹ ਤੋਂ ਪਟਿਆਲੇ ਵਾਪਸ ਆ ਰਿਹਾ ਸੀ, ਲਾਕਡਾਊਨ ਸ਼ੁਰੂ ਹੋ ਗਿਆ, 22 ਸਾਲ ਦਾ ਮੁੰਡਾ, ਕੱਲਾ ਬੱਚਾ, ਔਰ ਮਾਂ-ਬਾਪ ਨੂੰ ਬੇਟੇ ਦੇ ਜਨਾਜ਼ੇ ਲਈ ਗੁਆਂਢੀ 2 ਲੈਣੇ ਪਏ, ਉਹ ਹੋਰ ਰਿਸ਼ਤੇਦਾਰ ਨੂੰ ਬੁਲਾ ਸਕੇ ਕਿਉਂਕਿ ਸਭ ਨੇ ਕਹਿਤਾ ਜੀ ਅਸੀਂ ਲਾਓ ਹੀ ਨਹੀਂ। ਅਸੀਂ ਬਲਵਿੰਦਰ ਜੀ ਸਮਾਜ ਦੇ ਤੌਰ ਤੇ ਵੀ ਇਹੋ ਜਿਹੇ ਨਹੀਂ ਹੈਗੇ। ਰੋਹਿਤ ਵੈਮੂਲਾ ਕਿਉਂ ਚਲਾ ਜਾਂਦਾ? ਇੱਕ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਬੱਚਾ ਇਹੋ ਜਿਹਾ ਪ੍ਰੇਮ ਪੱਤਰ ਸਾਡੇ ਨਾਮ ਤੇ ਲਿਖ ਕੇ 2016 ਵਿੱਚ ਉਹਦੀ ਡੈਥ ਹੋਈ, ਜਨਵਰੀ 2016 ਵਿੱਚ। ਉਹ ਕਿਉਂ ਚਲਾ ਗਿਆ? ਉਹ ਇਸ ਕਰਕੇ ਚਲਾ ਗਿਆ ਕਿਉਂਕਿ ਸਦੀਆਂ ਤੋਂ ਜੋ ਦਲਿਤ ਨਾਲ ਹੁੰਦਾ ਆ ਰਿਹਾ ਉਸ ਸੋਗ ਦਾ ਅਸੀਂ ਹਿੱਸਾ ਨਹੀਂ ਹੈਗੇ ਤੇ ਉਹਨੂੰ ਪਤਾ ਸੀ ਕਿ ਅਰਥੀਆਂ ਉੱਠਦੀਆਂ ਨੇ ਮੇਰੇ ਸਮਾਜ ਦੀਆਂ, ਕੈਰੀਅਰ ਮਰਦੇ ਨੇ ਇੱਥੇ, ਜ਼ਿੰਦਗੀਆਂ ਤਬਾਹ ਹੁੰਦੀਆਂ ਨੇ ਸਾਡੀਆਂ ਗਲੀਆਂ ਵਿੱਚ, ਪਿੰਡ ਦੇ ਵਿਹੜਿਆਂ ਵਿੱਚ, ਤੇ ਕਿਸੇ ਨੂੰ ਸੋਗ ਨਹੀਂ ਹੈਗਾ ਤੇ ਉਹ ਸੜਦੀਆਂ ਗਲਦੀਆਂ ਜ਼ਿੰਦਗੀਆਂ ਨੇ। ਤੇ ਮੇਰੀ ਸਦੀਆਂ ਦੀ ਕਥਾ, ਜੇ ਉੱਥੇ ਸੋਗ ਨਹੀਂ ਹੈਗਾ ਤੇ ਕਿਸੇ ਦੇ ਮਰੇ ਦਾ ਕੀ ਸੋਗ ਹੋਣਾ? ਇਹ ਤੁਸੀਂ ਨਾ ਬਹੁਤ ਇੰਪੋਰਟੈਂਟ, ਮੈਨੂੰ ਤਾਂ ਐਂ ਲੱਗਦਾ ਸਾਡੇ ਨਾਲ ਹੁਣ ਉਹ ਹੋ ਰਹੀ ਹੈ ਜੋ ਅਸੀਂ ਕਰਦੇ ਰਹੇ ਹਾਂ ਉਸ ਕਮਿਊਨਿਟੀ ਨਾਲ, ਹੁਣ ਸਾਡੇ ਨਾਲ ਸਾਰੀ ਦੁਨੀਆ ਕਰ ਰਹੀ ਹੈ। ਮਰੋ ਫਿਰ ਤੁਹਾਡੀ ਕੋਈ ਨਹੀਂ ਪਰਵਾਹ ਕਰ ਰਿਹਾ। ਬਿਲਕੁਲ ਮੈਂ ਨਾ ਇਸ ਗੱਲ, ਮੈਂ ਤਾਂ ਇਹ ਗੱਲ ਨੂੰ ਬਹੁਤ ਉਠਾਉਣਾ ਹੈ ਕਿ ਭਾਈ ਅਸੀਂ ਕਹੀ ਕੁਛ ਜਾਈਏ, ਲੇਕਿਨ ਜਦੋਂ ਅਸੀਂ, ਮੈਂ ਕਿਸਾਨ ਘੋਲ ਬਾਰੇ ਵੀ ਇਸ ਗੱਲ ਬਾਰੇ ਬਹੁਤ ਉਠਾਈ ਹੈ ਤੇ ਮੇਰਾ ਕ੍ਰਿਟਿਸਿਜ਼ਮ ਵੀ ਇਸ ਬਾਰੇ ਹੋਇਆ ਜਦ ਮੈਂ ਗੱਲ ਕੀਤੀ ਕਿ ਭਾਈ ਜਦੋਂ ਤੁਹਾਡੇ ਪਿੰਡ ਦਾ 1/3 ਹਿੱਸਾ ਤੁਹਾਡੀ ਸਾਰੀ ਖੁਸ਼ੀ ਗਮੀ 'ਚ ਸ਼ਾਮਲ ਹੀ ਹੈ ਨਹੀਂ, ਤੁਸੀਂ ਬਾਹਰ ਰੱਖਦੇ ਹੋ, ਮਿਹਨਤ ਕਰਕੇ ਐਕਸਕਲੂਡ ਕਰਦੇ ਹੋ। ਤੁਸੀਂ ਸਿਰਫ ਬਾਹਰ ਨਹੀਂ ਰੱਖਦੇ, ਤੁਸੀਂ ਉਹਨਾਂ ਨੂੰ ਦੱਖਣ 'ਚ ਵਸਾਇਆ ਹੋਇਆ ਹੈ ਜਿੱਧਰਲੀ ਹਵਾ ਘੱਟ ਚੱਲਦੀ ਹੈ ਤਾਂ ਕਿ ਉਹਦੇ ਪਿੰਡੇ ਨੂੰ ਲੱਗੀ ਹੋਈ ਹਵਾ ਨਾ ਤੁਹਾਨੂੰ ਨਾ ਛੂ ਜਾਏ, ਜਿਹਦਾ ਈਵਨ ਪਰਛਾਵਾਂ ਵੀ ਸਾਡੇ ਤੇ ਨਾ ਪੈ ਜਾਵੇ। ਤੇ ਤੁਸੀਂ ਹੈਰਾਨ ਹੋਏਗੇ ਜੋ ਪਿੰਡਾਂ 'ਚ ਜਾ ਕੇ ਤੁਸੀਂ ਦੇਖੇਂਗੇ, ਉਹ ਮੈਂ ਇੱਕ ਲੇਖ 'ਚ ਲਿਖਿਆ ਵੀ ਹੋਇਆ, ਪੰਜਾਬੀ ਯੂਨੀਵਰਸਿਟੀ 'ਚ ਲੱਗਿਆ ਹੋਇਆ ਕਿ ਸਾਡੇ ਪਿੰਡ ਦਾ ਸਾਰਾ ਗੰਦਾ ਪਾਣੀ ਉਸ ਨਿਵਾਣ ਵੱਲ ਨੂੰ ਜਾਂਦਾ ਜਿੱਧਰ ਉਹ ਰਹਿੰਦੇ ਨੇ। ਤੇ ਜੇ ਅਜੇ ਪੰਜਾਬ ਵਿੱਚ ਘੱਟ ਹੈ ਤੇ ਅਜੇ ਜੋ ਹਾਲ ਹੈ ਯੂਪੀ ਦੇ, ਬਿਹਾਰ ਦੇ ਹਰਟਲੈਂਡਸ ਵਿੱਚ ਹੈ, ਉਹ ਤਾਂ ਮਤਲਬ ਉਹ ਬਾਲੀਵੁੱਡ ਸਟੋਰੀਜ਼ ਹੈ। ਮਹਾਸ਼ਵੇਤਾ ਦੀ ਕਹਾਣੀ ਵੀ ਇਸ ਤਰ੍ਹਾਂ ਬਿਲਕੁਲ ਨਹੀਂ, ਇਹ ਤਾਂ ਖੈਰ ਕਹਾਣੀ ਭਰਿਆ ਪਿਆ ਸਾਡੇ ਉਹਨਾਂ ਦੀ ਜ਼ਿੰਦਗੀ ਦੀ ਰਿਐਲਿਟੀ ਹੈ, ਉਹਨਾਂ ਦੀ ਜ਼ਿੰਦਗੀ ਦੀ ਰਿਐਲਿਟੀ, ਅਸੀਂ ਉਹਨੂੰ ਕਹਾਣੀ ਸਮਝੀ ਬੈਠੇ ਹਾਂ ਬਸ। ਉੱਥੇ ਜ਼ਿੰਦਗੀ ਉੱਥੇ ਜੀਵੀ ਜਾ ਰਹੀ ਹੈ ਤੇ ਇੱਥੇ ਤੱਕ ਨਾਓ ਇਟ ਇਜ਼ ਹੈਪਨਿੰਗ ਟੂ ਅਸ। ਮੈਂ ਤਾਂ ਇਹ ਕਹਿ ਰਿਹਾ ਹੁਣ ਸਾਡੇ ਨਾਲ ਹੋ ਰਿਹਾ। ਮਤਲਬ ਕਈ ਵਾਰ ਲੋਕ ਕਹਿੰਦੇ ਨੇ ਗਰੀਬ ਦੀ ਹਾਲ ਲੱਗ ਜਾਂਦੀ ਹੈ, ਮੈਨੂੰ ਲੱਗਦਾ ਨਹੀਂ ਲੱਗਦੀ ਹੋਣੀ। ਜੇ ਲੱਗਦੀ ਹੁੰਦੀ ਗਰੀਬ ਦੀ ਹਾਲ ਤੇ ਅਸੀਂ ਜਿਹੜੀਆਂ ਖੁਸ਼ੀਆਂ ਮੰਨਦੇ ਹਾਂ ਨਾ, ਇਹ ਨਾ ਮੰਨਦੇ ਹੁੰਦੇ ਜੋ ਅਸੀਂ ਕਰ ਰਹੇ ਹਾਂ। ਇਹ ਗੱਲ ਕੀਤੀ ਨਾ, ਮੈਨੂੰ ਮਹਾਸ਼ਵੇਤਾ ਦੇਵੀ ਤੋਂ ਯਾਦ ਆਇਆ ਕਿ ਉਸ ਦੀ ਕਹਾਣੀ ਹੈ ਜਿਸ ਦੇ ਵਿੱਚ ਮਹਾਭਾਰਤ ਦੇ ਵਿੱਚ ਜਿਹੜੇ ਗਰੀਬ ਸਿਪਾਹੀ ਮਾਰੇ ਗਏ, ਜਿਹੜੇ ਪੈਦਲ ਚੱਲਦੇ ਸੀ, ਜਿਨ੍ਹਾਂ ਦਾ ਫਰਜ਼ ਹੈਗਾ ਕਿ ਜਦੋਂ ਰਥਾਂ ਤੇ ਬੈਠ ਕੇ ਰਾਜਕੁਮਾਰ ਜਾਂਦੇ ਤਾਂ ਖੱਬੇ ਸੱਜੇ ਚੱਲ ਕੇ ਉਹਨਾਂ ਨੂੰ ਆਪਣੇ ਸਰੀਰ ਨਾਲ ਬਚਾਉਣਗੇ। ਵਿਧਵਾ ਔਰਤਾਂ 14, 15, 16 ਸਾਲ ਦੀਆਂ ਕੁੜੀਆਂ, ਉਹਨਾਂ ਤੋਂ ਲਾਸ਼ਾਂ ਵੀ ਨਹੀਂ ਮਿਲੀਆਂ, ਨੰਗੇ ਪੈਰੀ ਹੈ। ਤੇ ਉਹ ਕਹਿੰਦੀ ਕਿ ਉਹਨਾਂ ਨੂੰ ਜਿੱਥੇ ਲਾਸ਼ਾਂ ਜਲਾਈਆਂ ਗਈਆਂ, ਵਿਧਵਾ ਜਲਾਈਆਂ, ਉੱਥੇ ਆਉਣ ਦੇ ਲਈ ਪੈਰਾਂ ਥੱਲੇ ਕੁਛ ਨਹੀਂ ਹੈਗਾ ਤੇ ਉਹ ਵੇਟ ਕਰਦੀਆਂ। ਤੇ ਫਾਈਨਲੀ ਉਹ ਕੁੜੀਆਂ ਆ ਕੇ ਉੱਤਰਾਂ ਨੂੰ, ਉਹਦਾ ਕਿਉਂਕਿ ਹਸਬੈਂਡ ਅਭਿਮਨਿਊ ਮਾਰਿਆ ਗਿਆ, ਪ੍ਰੈਗਨੈਂਟ ਹੈ, ਉਹ 16 ਸਾਲ ਦੀ ਹੈ, ਉਸ ਨੂੰ ਸਹਾਰਾ ਉਹ ਔਰਤਾਂ ਦਿੰਦੀਆਂ ਜਿਹੜੀਆਂ ਉਹ ਕਹਿੰਦਾ ਕਿ ਉਸ ਦਰਿਆ ਦੀ ਤਰ੍ਹਾਂ ਹੈ, ਕਹਿੰਦੀ ਹੈ ਜਿਹਦੇ ਥੱਲੇ ਹੋਰ ਦਰਿਆ ਚੱਲਦੇ ਪਏ। ਤੇ ਉਹ ਫਿਰ ਆਪਣੀ ਕਹਾਣੀ ਸੁਣਾਉਂਦੀਆਂ ਤਾਂ ਫਿਰ ਉਹ ਰੋਂਦੀਆਂ ਇਕੱਠੀਆਂ ਬੈਠ ਕੇ। ਮਤਲਬ ਇਹ ਗਰੀਵਿੰਗ। ਮੈਂ ਜ਼ਾਤੀ ਗੱਲਾਂ 'ਚ ਨਹੀਂ ਆਉਣਾ ਚਾਹੁੰਦਾ, ਮੈਂ ਤਾਂ ਤੁਹਾਡੀ ਲਿਖਤ ਪੜ੍ਹ ਰਿਹਾ ਸੀ ਕਿ ਆਪਣੇ ਫਾਦਰ ਦੀ ਡੈਥ ਤੇ ਮੈਨੂੰ ਲੱਗਦਾ ਤੁਹਾਨੂੰ ਖੁੱਲ੍ਹ ਕੇ ਰੋਣ ਲੱਗਿਆ 3 ਦਹਾਕੇ ਤੋਂ ਵੱਧ ਦਾ ਸਮਾਂ ਲੱਗਿਆ। ਪਤਾ ਨਹੀਂ ਹੈ ਵਰਲਡ ਵਾਰਸ ਤੋਂ ਬਾਅਦ ਵੀ, ਹੋਲੋਕਾਸਟ ਤੋਂ ਬਾਅਦ ਖਾਸ ਤੌਰ ਤੇ ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਵੀ ਇੱਕ ਲੰਬਾ ਗੈਪ ਹੈ। 60s ਦੇ ਵਿੱਚ ਜਾ ਕੇ ਉਹ ਲਿਟਰੇਚਰ ਸ਼ੁਰੂ ਹੁੰਦਾ ਹੈ, ਹੈਨਾ ਅਰੰਡ ਦੀਆਂ ਲਿਖਤਾਂ ਤੋਂ ਜਾ ਕੇ, ਇਸ਼ਮੈਨ ਇਨ ਯਰੂਸ਼ਲਮ ਤੋਂ ਜਾ ਕੇ। ਸ਼ਾਇਦ ਸਾਡੀ ਕਹਾਣੀ 47 ਵਾਲੀ ਕਹਾਣੀ ਨੇ ਜ਼ਿਆਦਾ ਸਮਾਂ ਲੈ ਲਿਆ, ਕੋਵਿਡ ਵਾਲੀ ਕਹਾਣੀ ਸ਼ਾਇਦ ਕੁਝ ਸਮਾਂ ਲਏਗੀ, ਪਰ ਇਹ ਸੋਗ ਤਾਂ ਕਿਸੇ ਨੂੰ ਤਾਂ ਸਾਨੂੰ ਕੀਰਨੇ ਪਾਣੇ ਪੈਣਗੇ। ਜਿਹੜਾ ਸੋਗ ਦੀ ਕਿਸਮ, ਕਿਸੇ ਉਹ ਕਹਤਾ ਹੋਮ ਦੇ ਬ੍ਰੌਟ ਦ ਵਾਰੀਅਰ ਡੈਡ, ਸੋਗ ਦੀ ਕਿਸਮ, ਇਹਦਾ ਜਿਹੜਾ ਨੇਚਰ ਹੈ, ਇਹ ਵੀ ਇੱਕ ਬੜੀ ਗਹਿਰੀ ਗੱਲ ਹੈ। ਮੈਂ ਤੁਹਾਨੂੰ ਕੁਲਵੰਤ ਸਿੰਘ ਵਿਰਕ ਦੀ ਇੱਕ ਛੋਟੀ ਜਿਹੀ ਗੱਲ ਯਾਦ ਕਰਾਉਣਾ ਹੈ ਕਿ ਉਹਦੀ ਕਹਾਣੀ ਸੈਕਿੰਡਸ ਹੈ ਮੇਰੇ ਕੋਲ ਜੀ, ਉੱਪਰੀ ਧਰਤੀ, ਕਿ ਸੋਗ ਹੁੰਦਾ ਤੇ ਕਈ ਵਾਰ ਤੁਹਾਨੂੰ ਨਹੀਂ ਵੀ ਦਿਸਦਾ ਹੁੰਦਾ।
ਹੁਣ ਉੱਪਰੀ ਧਰਤੀ ਕਚੋਰ ਦੀ ਕਹਾਣੀ ਹੈ, ਜਿਹੜਾ ਪਾਕਿਸਤਾਨ ਤੋਂ ਇੱਧਰ ਆ ਗਿਆ ਹੂੰ ਤੇ ਉਹ ਠੀਕ ਜਿਉਂਦਾ ਦਿਸ ਰਿਹਾ ਤੁਹਾਨੂੰ। ਹੂੰ ਸਿੰਪਲੀ ਉਹਦੀ ਫਿਜ਼ੀਕਲ ਲੁੱਕ ਉਹੋ ਜਿਹੀ ਨਹੀਂ ਰਹੀ ਹੂੰ ਜਿਸ ਤਰ੍ਹਾਂ ਦੀ ਉਹ ਹੁੰਦਾ ਸੀ, ਉਧਰ ਬਣਿਆ ਠਣਿਆ ਰਹਿੰਦਾ ਸੀ ਤੇ ਉਹਦੇ ਕੱਪੜੇ ਮੈਲੇ ਠਲੇ ਨੇ। ਮਤਲਬ ਤੁਹਾਨੂੰ ਉਹ ਤੋਂ ਦੀਦਾ ਵੀ ਯਾਰ ਇਹਦਾ ਜੀ ਜਿਹਾ ਨਹੀਂ ਲੱਗਿਆ ਹੋਇਆ ਇੱਥੇ। ਤੇ ਵਿਰਕ ਕਹਿੰਦਾ ਵੀ ਮੈਂ ਲੇਖਕ ਤੋਂ ਪੁੱਛਦਾ ਵੀ ਚਾਚਾ ਕਿਸੇ ਦੇ ਉੱਥੇ ਰਹਿ ਗਏ ਬਲਦ, ਕਿਸੇ ਦੇ ਖੇਤ ਰਹਿ ਗਏ, ਕਿਸੇ ਦਾ ਬਿਜ਼ਨਸ ਰਹਿ ਗਿਆ, ਤੇਰਾ ਕੀ ਰਹਿ ਗਿਆ ਵੀ ਤੂੰ ਮਤਲਬ ਜਮਾ ਉਖੜਿਆ ਫਿਰਦਾ, ਤੂੰ ਤਾਂ ਚੋਰ ਹੈ, ਤੇਰੇ ਕਿਹੜੇ ਸੰਦ ਰਹਿ ਗਏ। ਤੇ ਉਹ ਕਹਿੰਦਾ ਵੀ ਅੱਛਾ ਭਤੀਜ ਉਹ ਗੱਲ ਕਰਨਾ ਪਿਆ ਹੈ, ਇਸ ਉੱਪਰੀ ਧਰਤੀ ਤੇ ਤਾਂ ਪੈਰ ਹੀ ਨਹੀਂ ਉੱਠਦਾ। ਹੁਣ ਇਹ ਜਿਹੜਾ ਗਰੀਫ ਉਹਦੇ ਅੰਦਰ ਪਿਆ ਨਾ, ਤਾਂ ਮੈਂ ਸਮਝਦਾ ਕਿ ਪ੍ਰਗਟ ਵੀ ਹੋਊਗਾ ਤੇ ਇਹ ਸਾਡੇ ਅੰਦਰਾਂ 'ਚ ਹੈਗਾ ਵੀ, ਜੇ ਅਸੀਂ ਮਨੁੱਖ ਹੈਗੇ। ਤੁਸੀਂ ਇੰਨੀਆਂ ਗੱਲਾਂ ਸੁਣਾਈਆਂ ਤੇ ਪ੍ਰੋਡਿਊਸਰ ਸਾਹਿਬ ਮੈਨੂੰ ਕਹਿ ਰਹੇ ਨੇ ਸਮਾਂ ਬਿਲਕੁਲ ਖਤਮ ਹੈ, ਇਸ ਲਈ ਮੈਂ ਛੇਤੀ ਨਾਲ ਇਹ ਗੱਲ ਸੁਣਾਉਣਾ। ਮੈਂ ਨਾ ਇਹ ਨਵੇਂ ਮੋਬਾਈਲ ਜਿਸ ਵੇਲੇ ਆਏ ਤੇ ਦਿੱਲੀ ਰੇਲਵੇ ਸਟੇਸ਼ਨ ਤੇ, ਮੈਂ ਦਰਅਸਲ ਸੋਚਿਆ ਨਹੀਂ ਸੀ ਮੈਂ ਕਹਾਣੀ ਸੁਣਾਉਣੀ ਹੈ, ਨਹੀਂ ਤਾਂ ਮੈਂ ਇਹਨੂੰ ਥੋੜਾ ਹੋਰ ਸੰਖੇਪ 'ਚ ਕਰ ਲੈਂਦਾ। ਦਿੱਲੀ ਰੇਲਵੇ ਸਟੇਸ਼ਨ ਤੇ ਮੈਂ ਟਿਕਟ ਲੈਣ ਲਈ ਖੜਾ ਹੋਇਆ ਸੀਗਾ, ਪਲੇਟਫਾਰਮ ਦੇ ਕਿਸੇ ਨੂੰ ਛੱਡਣ ਜਾਣਾ ਸੀ ਤੇ ਮੇਰਾ ਮੋਬਾਈਲ ਵੱਜਿਆ। ਤੇ ਉਹਨਾਂ ਦਿਨਾਂ 'ਚ ਨਵੀਂ ਫੈਸਿਲਿਟੀ ਆਈ ਸੀ ਕਿ ਕੋਈ ਗਾਣਾ ਵੱਜ ਲੈਂਦਾ ਸੀ ਮੋਬਾਈਲ ਦੇ ਉੱਤੇ ਜੀ। ਤੇ ਮੇਰੇ ਅੱਗੇ ਖੜਾ ਵਿਅਕਤੀ ਕਹਿੰਦਾ ਇਹ ਬੰਦ ਕਰੋ ਜੀ, ਵੱਜੀ ਜਾਂਦਾ ਤੁਹਾਡਾ। कोई बात, वो दोबारा बज पे एंड ही वाज सडनली वेरी एंग्री, ये बंद करिए आप, ये बार बार आपका मोबाइल बज रहा। आई थॉट दिस गाय इज क्रेजी और व्हाट, कि ਇਹਨੂੰ ਕੀ ਮੁਸ਼ਕਲ ਆ। ਮੈਂ ਟਿਕਟ ਲਈ ਤੇ ਬਾਹਰ ਲੱਗਾ ਤੇ ਉਹਨਾਂ ਦੀ ਪਤਨੀ ਅਪੈਰੈਂਟਲੀ ਉਹ ਭੱਜ ਕੇ ਮੇਰੇ ਕੋਲ ਆਈ। ਉਹ ਕਹਿੰਦੀ ਜੀ ਗੁੱਸਾ ਨਾ ਕਰਨਾ, ਸਾਡੇ ਨਾ ਬੇਟੇ ਦੀ ਡੈਥ ਹੋ ਗਈ ਹੈ, ਨੌਜਵਾਨ ਸੀ, ਇਹ ਨਾ ਉਹਦੇ ਫੋਨ ਦੀ ਘੰਟੀ ਹੁੰਦੀ ਸੀ ਜੀ, ਇਹ ਕਿੱਥੇ ਸੁਣ ਲੈਂਦੇ ਨੇ ਨਾ ਜੀ, ਇਹ ਬਹੁਤ ਜੀ ਇਹਨਾਂ ਦਾ। ਸੋ ਯੂ ਡੋਂਟ ਨੋ ਕਿ ਇਸ ਦੇ ਅੰਦਰ ਕੀ ਚੱਲ ਰਿਹਾ, ਕਿਸ ਨਾਲ ਕਿਹੜਾ ਸ਼ਬਦ ਕੀ ਕਰ ਰਿਹਾ, ਅਸੀਂ ਐਜ਼ ਪੀਪਲ ਕਿਵੇਂ ਰਹਿ ਰਹੇ ਹਾਂ, ਇੰਨੀਆਂ ਲਾਸ਼ਾਂ ਦੇ ਨਾਲ ਸਾਡਾ ਰਿਸ਼ਤਾ ਕੀ ਹੋ ਰਿਹਾ, ਆਪਣੇ ਆਲੇ ਦੁਆਲੇ ਇਸ ਦੁੱਖ ਦੇ ਨਾਲ ਅਸੀਂ ਕਿਹੜੀਆਂ ਤੰਦਾਂ ਜੋੜ ਰਹੇ ਹਾਂ। ਤੇ ਇਹ ਜਿਹੜੀ ਸੋਗ ਦੀ ਅਨਹੋਂਦ ਹੈ, ਇਹ ਕਿਸ ਹੱਦ ਤੱਕ ਅਨਹੋਂਦ ਹੈ। ਜੇ ਅਸੀਂ ਗੱਲ ਨਹੀਂ ਕਰ ਰਹੇ ਤਾਂ ਕੀ ਸੋਗ ਨਹੀਂ ਹੈ? ਮੈਨੂੰ ਕਦੀ ਕਦੀ ਲੱਗਦਾ ਨਹੀਂ ਹੈ, ਤੇ ਕਦੀ ਮੈਂ ਇਹਨਾਂ ਦੀਆਂ ਗੱਲਾਂ ਸੁਣੀਆਂ ਅੱਜ ਤੇ ਮੈਨੂੰ ਲੱਗਦਾ ਸ਼ਾਇਦ ਹੈ, ਸ਼ਾਇਦ ਪਰਤ ਦੇ ਕਿਤੇ ਥੱਲੇ ਪਿਆ, ਸ਼ਾਇਦ ਕਦੀ ਇਹ ਲਾਵਾ ਫਟੇਗਾ, ਕਦੀ ਅਸੀਂ ਬਹੁਤ ਮੁਸ਼ਕਲ ਸਵਾਲ ਪੁੱਛਾਂਗੇ ਆਪਣੇ ਆਪ ਨੂੰ, ਆਪਣੇ ਰਾਜਨੇਤਾਵਾਂ ਨੂੰ, ਆਪਣੇ ਜਨਤਕ ਪਿੜ ਦੀਆਂ ਸ਼ਖਸੀਅਤਾਂ ਨੂੰ ਤੇ ਆਪਣੇ ਸਮਿਆਂ ਨੂੰ ਕਿ ਇਹ ਸੱਥਰ ਕਿਉਂ ਵਿਛੇ, ਬਹੁਤ ਸਾਰੀਆਂ ਫੂੜੀਆਂ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ ਉਹ ਕਿਉਂ ਪਾਣੀਆਂ ਪੈ ਗਈਆਂ, ਹਸਪਤਾਲਾਂ ਦਾ, ਹੈਲਥ ਕੇਅਰ ਸਿਸਟਮ ਦਾ ਸੀ ਇਹ ਹਾਲ ਕਿਉਂ ਕਰ ਦਿੱਤਾ, ਔਰ ਤੁਸੀਂ ਜਿਹੜੀ ਸ਼ਿਕਾਇਤ ਕੀਤੀ ਆ ਆਪਣੀ ਰਾਜਨੀਤੀ ਦਾ ਤੇ ਆਪਣੇ ਮੀਡੀਆ ਦਾ ਇਹ ਹਾਲ ਕਿਉਂ ਕਰ ਦਿੱਤਾ ਕਿ ਜਿੱਥੇ ਅਸੀਂ ਇਹ ਸਵਾਲ ਵੀ ਨਹੀਂ ਪੁੱਛ ਰਹੇ ਕਿ ਯਾਰ ਸਾਡੇ ਘਰਾਂ ਵਿੱਚੋਂ ਅਰਥੀਆਂ ਉੱਠ ਗਈਆਂ, ਤੁਸੀਂ ਯਾਰ ਉਹ ਰੋਏ ਹੀ ਨਹੀਂ। ਵਿਲ ਟਾਕ ਅਬਾਊਟ ਦਿਸ ਸਮ ਅਦਰ ਡੇ। ਅੱਜ ਲਈ ਨਹੀਂ, ਧੰਨਵਾਦ, ਤੇਰਾ ਬਰਕ।